सतनाम श्री वाहिगुरु साहिब जियो। ज्यों बुलावे त्यों बोले स्वामी, कुदरत कवड़ हमारी। साध संग नानक जस गायो, जो प्रभ की अति प्यारी। परम सत्कारयोग गुरु स्वरूप गुरु साध संगत जियो, फतेह प्रवान कर लेनी। वाहिगुरु जी का खालसा, वाहिगुरु जी की फतेह। आओ, जो श्री राग दी वार चल रही है, इस विच निरंकार सच्चे पातशाह जी जो आपां नूं ज्ञान दे रहे ने। निरंकार किरपा करे साडे हिरदे दे विच वस जावे। सतगुर मेहर करन, सानू वडभागी बना के इस संसार दे उत्ते अपना जीवन सफल करन दी जाच सिखा देवन, कि जो कि असी रोज़ निरंकार मेहरबान दयालु कृपालु दे नितनेम करते हाँ, और बाणी दे राही सतगुर सच्चे पातशाह दी सिफत सलाह करते हाँ। ਇਹਦੇ ਵਿੱਚ ਸਾਨੂੰ ਇਦੂ ਚੀਜ਼ ਦਾ ਅਨੁਭਵ ਹੁੰਦਾ, ਯਕੀਨ ਹੁੰਦਾ ਹੈ ਕਿ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹ ਸਾਡੀ ਘਾਲ ਕਮਾਈ ਜੋ ਇਦੂ ਸੰਸਾਰ ਦੇ ਉੱਤੇ ਕੀਤੀ ਹੋਈ ਹੈ, ਦਰਗਾਹ ਦੇ ਵਿੱਚ ਪ੍ਰਵਾਨ ਜ਼ਰੂਰ ਕਰਨਗੇ। ਆਪਣਾ ਮੇਰਾ ਪ੍ਰੀਤਮ ਪਿਆਰਾ ਇੱਕ ਦਿਨ ਆਪਣੇ ਚਰਨਾਂ ਦੇ ਵਿੱਚ ਸਾਨੂੰ ਨਿਵਾਸ ਜ਼ਰੂਰ ਬਖਸ਼ ਦੇਵੇਗਾ। ਸੋ ਹਰ ਵੇਲੇ ਸੁਚੇਤ ਰਹਿੰਦੇ ਹਾਂ। ਗੁਰੂ ਨਿਰੰਕਾਰ ਇਹ ਜਿਹੜਾ ਮਨ ਹੈ, ਅਨੇਕਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਘਿਰਿਆ ਹੋਇਆ, ਇਹਨੂੰ ਹਰ ਰੋਜ਼ ਵੱਖਰੇ ਵੱਖਰੇ ਰੂਪ ਦੇ ਨਾਲ ਇਸ ਸੰਸਾਰ ਨੂੰ ਗਿਆਨ ਦੇ ਕੇ ਇਹ ਮਨ ਨੂੰ ਭਾਈ ਸਮਝਾਉਂਦੇ ਹਨ। ਆਓ ਨਿਰੰਕਾਰ ਅਗਾਂਹ ਆਪਣੇ ਉੱਤੇ ਕੀ ਕਿਰਪਾ ਕਰਦੇ ਹਨ। ਸ਼ਲੋਕ ਮਹਿਲਾ ਤੀਜਾ। ਸਤਿਗੁਰ ਕੈ ਭਾਣੇ ਜੋ ਚਲੈ, ਤਿਸ ਵਡਿਆਈ ਵੱਡੀ ਹੋਏ। ਮਿਹਰਬਾਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਇਸ ਸੰਸਾਰ ਦੇ ਜੀਵੋ, ਜਿਹੜਾ ਪ੍ਰਾਣੀ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ, ਉਸ ਵੱਲੋਂ ਬਖਸ਼ਿਸ਼ ਕੀਤੇ ਹੋਏ ਗਿਆਨ ਨੂੰ ਜੀਵਨ ਦਾ ਆਧਾਰ ਬਣਾ ਕੇ ਸੰਸਾਰ ਦੇ ਉੱਤੇ ਇਸ ਜੀਵਨ ਦੇ ਸਮੇਂ ਨੂੰ ਸ਼ੁਭ ਬਣਾ ਰਿਹਾ ਹੈ, ਉਸ ਦੀ ਇਦੂ ਸੰਸਾਰ ਦੇ ਉੱਤੇ ਵੀ ਵਡਿਆਈ ਹੁੰਦੀ ਤੇ ਪਰਲੋਕ ਦੇ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਨੂੰ ਵਡਿਆਈਆਂ ਬਖਸ਼ਿਸ਼ ਕਰਦੇ ਹਨ। ਹਰ ਕਾ ਨਾਮ ਊਤਮ ਮਨ ਵਸੈ, ਮੇਟ ਨ ਸਕੈ ਕੋਏ। ਜਿਸ ਜੀਵ ਦੇ ਹਿਰਦੇ ਦੇ ਵਿੱਚ ਆਣ ਕੇ ਭਰੋਸਾ ਬਣ ਗਿਆ, ਉਸ ਭਰੋਸੇ ਦੀ ਕਿਰਪਾ ਦੇ ਨਾਲ ਪ੍ਰੇਮ ਅਟੁੱਟ ਪੈ ਗਿਆ, ਔਰ ਇਹ ਜਿਹੜਾ ਨਾਮ ਹੈ, ਸ਼ਬਦ ਹੈ, ਉਹਦੇ ਹਿਰਦੇ ਦੇ ਵਿੱਚ ਜਾ ਕੇ ਵਸ ਗਿਆ। ਆਤਮਾ ਉਸ ਸ਼ਬਦ ਨਾਲ ਰੰਗੀ ਗਈ। ਇੱਕ ਵਾਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਸ ਵੇਲੇ ਰੰਗੀ ਜਾਂਦੀ ਹੈ, ਫਿਰ ਜਿਹੜੀ ਵਡਿਆਈ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੇ ਪਿਆਰੇ ਨੂੰ ਦਿੰਦੇ ਨੇ, ਉਹ ਕੋਈ ਵੀ ਸੰਸਾਰ ਦੇ ਉੱਤੇ ਮਿਟਾ ਨਹੀਂ ਸਕਦਾ। ਕਿਰਪਾ ਕਰੇ ਜਿਸ ਆਪਣੀ, ਤਿਸ ਕਰਮ ਪ੍ਰਾਪਤ ਹੋਏ। ਜਿਹਦੇ ਉੱਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਦਇਆਲੂ ਕਿਰਪਾਲੂ ਰਹਿਮਤ ਕਰਦੇ ਨੇ, ਉਸ ਤੇ ਜਿਹੜੇ ਪੂਰਬਲੇ ਕਰਮ ਇਹ ਉਜਾਗਰ ਹੁੰਦੇ ਨੇ, ਉਹ ਭਾਗਾਂ ਵਾਲੇ ਜੀਵ ਨੂੰ ਹੀ ਸਤਿਗੁਰ ਸੱਚੇ ਪਾਤਸ਼ਾਹ ਦੀ ਇਹ ਮੱਤ ਪ੍ਰਾਪਤ ਹੁੰਦੀ ਹੈ। ਨਾਨਕ ਕਾਰਣ ਕਰਤੇ ਵਸ ਹੈ, ਗੁਰਮੁਖ ਬੁਝੈ ਕੋਏ। ਸਭ ਕੁਝ ਜੋ ਇਹਦੂ ਸੰਸਾਰ ਦੇ ਉੱਤੇ ਹੋ ਰਿਹਾ ਭਾਈ, ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ। ਸਾਰਾ ਕੁਝ ਉਹਦੇ ਹੁਕਮ ਦੇ ਅਧੀਨ ਹੈ। ਉਹ ਜਿਹੜਾ ਹੁਕਮ ਕਰਨ ਵਾਲਾ ਨਿਰੰਕਾਰ ਵਾਹਿਗੁਰੂ ਸਾਡਾ ਪ੍ਰਤਪਾਲਕ ਹੈ, ਉਸ ਬਾਰੇ, ਇਸ ਹੁਕਮ ਬਾਰੇ ਕੋਈ ਵਿਰਲਾ ਹੀ ਗੁਰਮੁਖ ਹੈ ਜਿਹਦੇ ਉੱਤੇ ਸਤਿਗੁਰ ਦੀ ਕਿਰਪਾ ਹੁੰਦੀ, ਉਹ ਬੁੱਝ ਲੈਂਦਾ ਹੈ। ਮਹਿਲਾ ਤੀਜਾ। ਨਾਨਕ ਹਰਿ ਨਾਮ ਜਿਨੀ ਆਰਾਧਿਆ, ਅਨ ਦਿਨ ਹਰ ਲਿਵਤਾਰ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਨਿਰੰਕਾਰ ਆਪਣੇ ਨਾਮ ਦੀ ਮੋਹਰ ਲਾ ਕੇ, ਭਾਵੇਂ ਇਹ ਬਾਣੀ ਤੀਸਰੇ ਪਾਤਸ਼ਾਹ ਦੀ ਚੱਲ ਰਹੀ ਹੈ, ਕਿ ਸਤਿਗੁਰ ਕਹਿੰਦੇ ਨੇ ਉਸ ਪ੍ਰੀਤਮ ਵਾਹਿਗੁਰੂ ਦਾ ਨਾਮ ਜਿਨ੍ਹਾਂ ਨੇ ਆਰਾਧਿਆ, ਹਿਰਦੇ ਦੇ ਵਿੱਚ ਟਿਕਾ ਲਿਆ, ਉਸ ਨੂੰ
ਅਨ ਦਿਨ ਹਰ ਲਿਵਤਾਰ। ਦਿਨ ਰਾਤ ਇੱਕ ਧਿਆਨ ਇੱਕ ਮਤ ਹੋ ਕੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਵਡਿਆਈ ਦੇ ਵਿੱਚ ਲੱਗੇ ਹੁੰਦੇ ਨੇ। ਜਿਸ ਤਰ੍ਹਾਂ ਕਹਿੰਦੇ ਨੇ ਤੇਲੀ ਜਦੋਂ ਦੇਖਦਾ ਹੈ ਤੇਲ ਵੀ ਇਹ ਕਿੰਨਾ ਕੁ ਸ਼ੁੱਧ ਹੈ, ਉਹ ਵੀ ਥੋੜੀ ਜਿਹੀ ਉੱਚੀ ਜਗ੍ਹਾ ਦੇ ਉੱਤੋਂ ਤੇਲ ਨੂੰ ਥੱਲੇ ਧਰਤੀ ਵੱਲ ਨੂੰ ਸਿਰਦਾ ਹੈ, ਉਹ ਵੀ ਤੇਲ ਇੱਕ ਧਾਰ ਆਣ ਕੇ ਡਿੱਗਦਾ ਹੈ ਤਾਂ ਉੱਥੋਂ ਉਸ ਨੂੰ ਅਨੁਭਵ ਹੋ ਜਾਂਦਾ ਵੀ ਇਹ ਤੇਲ ਕਾਫੀ ਸ਼ੁੱਧ ਹੈ। ਇਸੇ ਤਰ੍ਹਾਂ ਮਾਲਕ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੱਦਾਂ ਉਹ ਤੇਲ ਦੀ ਧਾਰ ਸੰਸਾਰ ਦੇ ਉੱਤੇ ਪੈ ਰਹੀ ਹੈ, ਧਰਤੀ ਦੇ ਉੱਤੇ ਪੈ ਰਹੀ ਹੈ, ਇਸੇ ਤਰ੍ਹਾਂ ਹੀ ਜੀਵ ਇੱਕ ਤਾਰ ਹੋ ਕੇ ਇੱਕ ਧਿਆਨ ਐਸਾ ਜੋੜ ਕੇ ਜਿਹੜਾ ਵਿਖੜੇ ਨਾ ਬਿਲਕੁਲ, ਉਹ ਅਕਾਲ ਪੁਰਖ ਦੀ ਬੰਦਗੀ ਕਰੇ। ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਕਹਿੰਦੇ ਨੇ ਜਿਹੜੇ ਇਸ ਤਰ੍ਹਾਂ ਜੀਵ ਉਹ ਪ੍ਰੀਤਮ ਦੀ ਬੰਦਗੀ ਕਰਦੇ ਨੇ, ਇਹ ਜਿਹੜਾ ਮਾਇਆ ਹੈ ਜਿਹੜੀ ਬਹੁਤ ਤਾਕਤਵਰ ਹੈ, ਬੜੀ ਪ੍ਰਬਲ ਹੈ, ਇਹ ਫਿਰ ਉਸ ਪ੍ਰਾਣੀਆਂ ਦੀ ਜਿਹੜੀ ਕਿ ਇਹ ਖਸਮ ਨਿਰੰਕਾਰ ਵਾਹਿਗੁਰੂ ਦੀ ਇਹ ਬੰਦੀ ਦਾਸੀ, ਬੰਦੀ ਕਹਿੰਦੇ ਨੇ ਦਾਸੀ ਨੂੰ, ਉਹ ਦਾਸੀ ਬਣ ਜਾਂਦੀ। ਜਦੋਂ ਇਹ ਜਿਹੜੀ ਨਿਰੰਕਾਰ ਦੀ ਦਾਸੀ ਹੈ ਇਹ ਗੁਰਮੁਖ ਪਿਆਰਿਆਂ ਦੀ ਵੀ ਦਾਸੀ ਬਣ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਆਣ ਕੇ ਇਹ ਕਹਿੰਦੀ ਵੀ ਭਾਈ ਮੈਨੂੰ ਕੋਈ ਸੇਵਾ ਦੱਸੋ ਜੇ ਸੇਵਾ ਮੈਂ ਤੁਹਾਡੀ ਕਰ ਸਕਾਂ। ਪਰ ਕੀ ਹੁੰਦਾ ਹੈ ਕਈ ਵਾਰ ਕਿ ਸਾਡਾ ਜੀਵਨ ਅਜੇ ਇੰਨਾ ਪੱਕਿਆ ਨਹੀਂ ਹੁੰਦਾ, ਵਾਹਿਗੁਰੂ ਦੀ ਕਿਰਪਾ ਸਾਡੇ ਉੱਤੇ ਉਹ ਸੰਪੂਰਨ ਤੌਰ ਤੇ ਨਹੀਂ ਹੁੰਦੀ। ਇਹ ਜਿਹੜੀ ਮਾਇਆ ਹੈ ਇਹ ਵੱਖਰੇ ਵੱਖਰੇ ਰੂਪਾਂ ਦੇ ਨਾਲ ਆਣ ਕੇ ਸਾਡੀ ਸੇਵਾ ਕਰਨ ਨੂੰ ਤਾਂ ਤਿਆਰ ਹੁੰਦੀ, ਪਰ ਕਈ ਵਾਰ ਇਹੀ ਮਾਇਆ ਸਾਨੂੰ ਆਣ ਕੇ ਬੁੱਝ ਲੈਂਦੀ ਹੈ। ਮਾਇਆ ਸਾਨੂੰ ਇਹਦੇ ਵਿੱਚ ਐਡਾ ਇੱਕ ਮਿੱਠਾ ਜ਼ਹਿਰ ਹੈ, ਉਹਦੇ ਨਾਲ ਇਹ ਜੀਵ ਨੂੰ ਡੰਗ ਲੈਂਦੀ ਹੈ। ਸੋ ਸਤਿਗੁਰ ਕਹਿੰਦੇ ਨੇ ਸੁਚੇਤ ਰਹਿ ਭਾਈ, ਉਹ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਖਿਆਲ ਕਰ। ਭਾਵੇਂ ਇਹ ਜਿਹੜੀ ਮਾਇਆ ਹੈ ਇਹ ਸਤਿਗੁਰ ਦੀ ਦਾਸੀ ਹੈ ਤੇ ਸਤਿਗੁਰ ਦੇ ਜਿਹੜੇ ਪਿਆਰੇ ਨੇ ਉਹਨਾਂ ਦੀ ਦਾਸੀ ਹੈ। ਉਹਨਾਂ ਨੂੰ ਆਣ ਕੇ ਕਹਿ ਰਹੀ ਕਿ ਮੇਰੇ ਕੋਲੋਂ ਕੋਈ ਜਿਹੜਾ ਵੀ ਕੰਮ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ। ਹੁਕਮ ਦੀ ਬੰਦੀ ਖੜੀ ਹੁੰਦੀ ਹੈ। ਪੂਰਾ ਪੂਰਾ ਕਰ ਛੋੜਿਆ ਹੁਕਮ ਸਵਾਰਣ ਹਾਰ। ਇਹ ਸੋਝੀ ਉਹਨਾਂ ਨੂੰ ਆਉਂਦੀ ਜਿਹੜੇ ਪੂਰੇ ਵਾਹਿਗੁਰੂ ਨੇ, ਜਿਨ੍ਹਾਂ ਦੇ ਉੱਤੇ ਕਿਰਪਾ ਕਰਕੇ ਉਹਨਾਂ ਨੂੰ ਪੂਰਾ ਬਣਾ ਦਿੱਤਾ, ਔਰ ਜਿਹੜੇ ਕਿ ਇੱਥੇ ਬ੍ਰਹਮ ਰੂਪ ਦਾ ਰੂਪ ਬਣ ਗਿਆ, ਜਿਨ੍ਹਾਂ ਨੇ ਹੁਕਮ ਨੂੰ ਪਛਾਣ ਲਿਆ, ਸਤਿਗੁਰ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਸਵਾਰ ਲਿਆ। ਗੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦੁਆਰ। ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਆਪਣੇ ਆਪ ਨੂੰ ਸੰਸਾਰ ਦੇ ਉੱਤੇ ਭਾਈ ਪਹਿਚਾਣ ਲਿਆ, ਸਤਿਗੁਰ ਦੇ ਹੁਕਮ ਦੇ ਵਿੱਚ ਆ ਗਏ, ਸਤਿਗੁਰ ਦੇ ਭਾਣੇ ਦੇ ਵਿੱਚ ਆ ਗਏ, ਉਹਨਾਂ ਨੂੰ ਸਤਿਗੁਰ ਮਿਹਰ ਕਰ ਦਿੰਦੇ, ਉਹਨਾਂ ਨੂੰ ਮੋਖ ਦੁਆਰ ਮੁਕਤੀ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਮਨ ਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜੰਦਾਰ। ਜੋ ਸਤਿਗੁਰ ਤੋਂ ਬੇਮੁਖ ਹੋ ਚੁੱਕੇ ਨੇ, ਮਨਮੁਖ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਹੈ, ਬੇਅੰਤ ਵਾਰ ਪਹਿਲਾਂ ਵੀ ਗਿਆਨ ਆਇਆ, ਅਗਾਂਹ ਵੀ ਆਏਗਾ। ਕਹਿੰਦੇ ਨੇ ਜਿਹੜੇ ਕਿ ਸਤਿਗੁਰ ਦੇ ਹੁਕਮ ਨੂੰ ਪਹਿਚਾਣਦੇ ਨੇ, ਹੁਕਮ ਦੇ ਸਤਿਗੁਰ ਦੇ ਹੁਕਮ ਨੂੰ ਨਹੀਂ ਪਹਿਚਾਣਦੇ, ਸਤਿਗੁਰ ਦੇ ਭਾਣੇ ਦੇ ਵਿੱਚ, ਸਤਿਗੁਰ ਦੀ ਰਜ਼ਾ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਫਿਰ ਸੰਸਾਰ ਦੇ ਉੱਤੇ ਜਮ ਕੁੱਟ-ਕੁੱਟ ਕੇ ਲੈ ਕੇ ਜਾਂਦੇ ਹਨ। ਗੁਰਮੁਖ ਜਿਨੀ ਆਰਾਧਿਆ ਤਿਨੀ ਤਰਿਆ ਪਉਜਲ ਸੰਸਾਰ। ਵਾਹਿਗੁਰੂ ਜੀ ਕਹਿੰਦੇ ਨੇ ਜਿਹਨਾਂ ਗੁਰਮੁਖਾਂ ਨੇ ਉਹ ਪ੍ਰੀਤਮ ਵਾਹਿਗੁਰੂ ਦੀ ਬੰਦਗੀ ਕੀਤੀ, ਉਹਨਾਂ ਨੂੰ ਸਤਿਗੁਰ ਨੇ ਕਿਰਪਾ ਕਰ ਦਿੱਤੀ, ਨਾਮ ਦੇ ਜਹਾਜ਼ ਦੇ ਉੱਤੇ ਚਾੜ ਕੇ ਇਹ ਭਵ ਸਾਗਰ ਤੋਂ ਉਹ ਤਰ ਗਏ। ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ। ਨਿਰੰਕਾਰ ਜੀ ਕਿਰਪਾ ਕਰ ਦਿੰਦੇ ਨੇ, ਸਾਰੇ ਔਗਣ ਆਪ ਨਾਮ ਦੀ ਕਿਰਪਾ ਦੇ ਨਾਲ, ਸ਼ਬਦ ਦੀ ਕਿਰਪਾ ਦੇ ਨਾਲ, ਸੇਵਾ ਦੀ ਕਿਰਪਾ ਦੇ ਨਾਲ ਸਾਰੇ ਸਤਿਗੁਰ ਜੀ ਮਿਟਾ ਦਿੰਦੇ ਹਨ। ਪੌੜੀ ਉਹ ਇਸੇ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ ਅਸੀਂ ਕਿ ਉਹੀ ਬਖਸ਼ਣਹਾਰ ਪ੍ਰੀਤਮ ਵਾਹਿਗੁਰੂ ਜੀ ਹਨ। ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ। ਨਿਰੰਕਾਰ ਆਪਣੇ ਭਗਤਾਂ ਤੇ ਆਪਣੇ ਪਿਆਰੇ ਆਪਣੇ ਸੇਵਕਾਂ ਦੀ ਪ੍ਰਤੀਤ, ਜਿਹਦਾ ਕਿ ਪ੍ਰਤੀਤ ਦਾ ਮਤਲਬ ਹੁੰਦਾ ਯਕੀਨ, ਜਿਨ੍ਹਾਂ ਨੇ ਅਕਾਲ ਪੁਰਖ ਦੇ ਉੱਤੇ ਯਕੀਨ ਰੱਖਿਆ ਹੋਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਬਾਰੇ ਸਭ ਕੁਝ ਜਾਣਦੇ ਹਨ। ਹਰ ਜੀਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ। ਉਹ ਵਾਹਿਗੁਰੂ ਵਰਗਾ ਹੋਰ ਕੋਈ ਨਹੀਂ ਹੈ ਦੂਜਾ, ਇੱਕ ਉਹ ਅਕਾਲ ਪੁਰਖ ਨਿਰੰਕਾਰ ਆਪ ਹੀ ਹਨ। ਉਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੇ ਧਰਮ ਦੇ ਨਿਆਂ
ਔਰ ਧਰਮ ਦੇ ਹੀ ਅਨੁਸਾਰ ਕਰਦੇ ਹਨ। ਕਾੜਾ ਅੰਦੇਸਾ ਕਿਉਂ ਕੀਜੈ, ਜਾਂ ਨਾਹੀ ਅਧਰਮ ਮਾਰਦਾ। ਕਾੜਾ ਇੱਥੇ ਕਹਿੰਦੇ ਨੇ ਝੇਰਾ, ਝੇਰਾ ਕਹਿੰਦੇ ਨੇ ਫਿਕਰ ਨੂੰ। ਜੋ ਫਿਕਰ ਵੀ ਭਾਈ ਕਰਨ ਦੀ ਕੀ ਜ਼ਰੂਰਤ ਹੈ। ਇੱਥੇ ਇਨਸਾਨ ਨੂੰ ਜਿਹੜਾ ਬੰਦਗੀ ਕਰਨਾ ਪਿਆ ਉਹ ਬੇਫਿਕਰ ਹੋ ਜਾਣਾ ਚਾਹੀਦਾ ਹੈ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਬੇਇਨਸਾਫੀ ਕਦੀ ਕਿਸੇ ਦੇ ਨਾਲ ਕਰਦੇ ਨਹੀਂ। ਇੱਥੇ ਤਾਂ ਸੱਚ ਦਾ ਹੀ ਨਿਆਂ ਹੁੰਦਾ ਹੈ। ਸੱਚਾ ਸਾਹਿਬ ਸੱਚ ਨਿਆਉ, ਪਾਪੀ ਨਰ ਹਾਰਦਾ। ਉਹ ਪ੍ਰੀਤਮ ਵਾਹਿਗੁਰੂ ਆਪ ਸੱਚਾ ਹੈ, ਉਸ ਦਾ ਨਾਮ ਵੀ ਸੱਚਾ ਹੈ ਜਿਹੜਾ ਸਾਨੂੰ ਉਹਨਾਂ ਨੇ ਬਖਸ਼ਿਸ਼ ਕੀਤਾ ਹੋਇਆ ਹੈ। ਪਰ ਜਿਹੜੇ ਪਾਪੀ ਹੁੰਦੇ ਨੇ ਉਹਨਾਂ ਨੂੰ ਦਰਗਾਹ ਦੇ ਵਿੱਚ ਸਤਿਗੁਰ ਜੀ ਢੋਈ ਨਹੀਂ ਦਿੰਦੇ। ਪਾਪੀ ਜਿਨ੍ਹਾਂ ਨੂੰ ਕਿਹਾ ਉਹ ਮਨਮੁਖਾਂ ਨੂੰ ਆਖਿਆ ਹੈ ਮਹਾਰਾਜ ਨੇ ਇੱਥੇ, ਜਿਹੜੇ ਅਜੇ ਵੀ ਘੋਰ ਅੰਧੇਰ ਦੇ ਵਿੱਚ ਹੀ ਤੁਰੇ ਫਿਰਦੇ ਨੇ। ਆਖਦੇ ਨੇ ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਜਗ੍ਹਾ ਕੋਈ ਨਹੀਂ ਪ੍ਰਾਪਤ ਹੁੰਦੀ, ਇੱਥੇ ਵੀ ਕਿਸੇ ਤਰ੍ਹਾਂ ਦੀ ਵਡਿਆਈ ਪ੍ਰਾਪਤ ਨਹੀਂ ਹੁੰਦੀ। ਇੱਥੇ ਤੱਕ ਹੀ ਹੁੰਦਾ ਹੈ ਕਿ ਉਹਨਾਂ ਨੂੰ ਦਰਗਾਹ ਦੇ ਵਿੱਚੋਂ ਕੱਢ ਕੇ ਨਰਕਾਂ ਵੱਲੋਂ ਤੋਰ ਦਿੰਦੇ ਹਨ। ਸਲਾਹਿਓ ਭਗਤ ਹੋ ਕਰ ਜੋੜ, ਹਰ ਭਗਤ ਜਨ ਤਾਰਦਾ। ਇਹ ਪ੍ਰੀਤਮ ਵਾਹਿਗੁਰੂ ਦੇ ਭਗਤੋ, ਸੰਤ ਜਨੋ, ਪਿਆਰਿਓ, ਗੁਰ ਸਿੱਖੋ, ਇਸ ਕਰਕੇ ਹੱਥ ਜੋੜ ਜੋੜ ਕੇ ਸਤਿਗੁਰ ਦੇ ਮੂਹਰੇ ਡੰਡਾਉਤ ਕਰੋ, ਬੰਦਨਾ ਕਰੋ, ਕਿਉਂਕਿ ਉਹੀ ਆਪਣੇ ਪਿਆਰਿਆਂ ਨੂੰ ਇਥੋਂ ਸੰਸਾਰ ਦੇ ਉੱਤੋਂ ਤਾਰ ਸਕਦਾ ਹੈ ਔਰ ਤਾਰਦਾ ਹੈ। ਸ਼ਲੋਕ ਮਹਿਲਾ ਤੀਜਾ, ਆਪਣੇ ਪ੍ਰੀਤਮ ਮਿਲ ਰਹਾ, ਅੰਤਰ ਰੱਖਾਂ ਉਰ ਤਾਰ। ਵਾਹਿਗੁਰੂ ਜੀ ਕਹਿੰਦੇ ਮੈਂ ਆਪਣੇ ਪ੍ਰੀਤਮ ਦੇ ਨਾਲ ਹਰ ਵੇਲੇ ਮਿਲ ਕੇ ਰਹਾ, ਮੇਰਾ ਮਨ ਹਰ ਵੇਲੇ ਪ੍ਰੀਤਮ ਵਾਹਿਗੁਰੂ ਦੇ ਨਾਲ ਜੁੜਿਆ ਰਹੇ ਔਰ ਅੰਤਰ ਰੱਖਾਂ ਔਰ ਧਾਰ। ਹਿਰਦੇ ਦੇ ਵਿੱਚ ਉਸ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਗਿਆਨ, ਬਖਸ਼ਿਸ਼ ਕੀਤਾ ਹੋਇਆ ਸ਼ਬਦ ਮੈਂ ਟਿਕਾ ਕੇ ਰੱਖਾਂ। ਸਾਲਾਹੀ ਸੋ ਪ੍ਰਭ ਸਦਾ ਸਦਾ, ਗੁਰ ਕਾ ਹੇਤ ਪਿਆਰ। ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਂ ਉਸ ਪਿਆਰੇ ਪ੍ਰੀਤਮ ਨੂੰ ਸਦਾ ਸਦਾ ਉਹਦੀਆਂ ਵਡਿਆਈਆਂ ਕਰਾਂ। ਜਿਸ ਵਾਹਿਗੁਰੂ ਨੇ ਪ੍ਰੇਮ ਕਰਕੇ ਮੈਨੂੰ ਰਹਿਮਤ ਕਰਕੇ ਮੈਨੂੰ ਜੀਵਨ ਦੀ ਜਾਂਚ ਸਿਖਾ ਦਿੱਤੀ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ, ਸਾਈਂ ਸੁਹਾਗਣ ਨਾਰ। ਵਾਹਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਉਹਦੀ ਰਹਿਮਤ ਨਦਰ ਹੋ ਜਾਂਦੀ ਹੈ, ਜਿਨ੍ਹਾਂ ਦੇ ਕਰਮ ਉੱਚੇ ਤੇ ਸੁੱਚੇ ਬਣ ਜਾਂਦੇ ਨੇ, ਆਪਣੇ ਉੱਚੇ ਸੁੱਚੇ ਲੇਖ ਉਜਾਗਰ ਕਰ ਲੈਂਦੇ ਨੇ, ਮਾੜੇ ਲੇਖਾਂ ਨੂੰ ਫੂਕ ਦਿੰਦੇ ਨੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹੀ ਪਰਮ ਆਤਮਾ ਜੋ ਇੱਥੇ ਸੰਸਾਰ ਦੇ ਉੱਤੇ ਵਡਿਆਈ ਪਾ ਕੇ ਜਾਂਦੀਆਂ ਨੇ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਆਪਣੇ ਵਿੱਚ ਹੀ ਅਭੇਦ ਕਰਕੇ ਮਿਲਾ ਲੈਂਦੇ ਹਨ। ਮਹਿਲਾ ਤੀਜਾ, ਗੁਰ ਸੇਵਾ ਤੇ ਹਰ ਪਾਈਐ, ਜਾ ਕੋ ਨਦਰ ਕਰੇ। ਸੇਵਾ ਕੌਣ ਕਰ ਸਕਦਾ ਭਾਈ ਸੰਸਾਰ ਦੇ ਉੱਤੇ? ਮਾਲਕ ਕਹਿੰਦੇ ਨੇ ਸੇਵਾ ਉਹੀ ਕਰ ਸਕਦਾ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਮਾਨਸ ਤੇ ਦੇਵਤੇ ਪਏ, ਧਿਆਇਆ ਨਾਮ ਹਰੇ। ਜਿਨ੍ਹਾਂ ਦੇ ਉੱਤੇ ਸਤਿਗੁਰ ਦੀ ਕਿਰਪਾ ਹੋ ਗਈ, ਵਾਹਿਗੁਰੂ ਦੀ ਕਿਰਪਾ ਹੋ ਗਈ, ਉਹਨਾਂ ਨੂੰ ਸੇਵਾ ਕਰਨ ਦੀ ਜਾਚ ਆ ਗਈ। ਫਿਰ ਕੀ ਹੁੰਦਾ ਹੈ? ਇਹ ਜਿਹੜਾ ਮਾਨਸ ਜੀਵ ਹੈ, ਜਿਹੜੇ ਅਸੀਂ ਮਾਨੁਖ ਦੇ ਵਾਲੇ ਬਾਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੀ ਇੰਨੀ ਉੱਚੀ ਤੇ ਸੁੱਚੀ ਮੱਤ ਦੇ ਦਿੰਦੇ ਨੇ, ਸਾਨੂੰ ਇੰਨਾ ਪ੍ਰੇਮ ਸਾਨੂੰ ਸਾਡੇ ਨਾਲ ਪਾ ਲੈਂਦੇ ਨੇ। ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇਵਤਿਆਂ ਦਾ ਖਿਤਾਬ ਦੇ ਦਿੰਦੇ ਨੇ, ਦੇਵਤਿਆਂ ਦੇ ਬਰੋਬਰ ਸਾਨੂੰ ਸਤਿਗੁਰ ਜੀ ਖੜੇ ਕਰ ਦਿੰਦੇ ਨੇ। ਉਹਨਾਂ ਨੂੰ ਜਿਨ੍ਹਾਂ ਨੇ ਇੱਕ ਲਿਵ ਜੋੜ ਕੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਬੰਦਗੀ ਕੀਤੀ। ਹਉਮੈ ਮਾਰ ਮਿਲਾਇਨ, ਗੁਰ ਕੈ ਸ਼ਬਦ ਤਰੇ। ਜਿਨ੍ਹਾਂ ਨੇ ਇਹ ਹਉਮੈ ਜਿਹੜਾ ਸਾਰੇ ਵਿਕਾਰਾਂ ਦੀ ਮਾਂ ਹੈ, ਸਾਰੇ ਵਿਕਾਰ ਇਸ ਹਉਮੈ ਤੋਂ ਹੀ ਪ੍ਰਗਟ ਹੁੰਦੇ ਨੇ। ਜਿਨ੍ਹਾਂ ਨੇ ਇਸ ਵਾਹਿਗੁਰੂ ਨਾਮ ਦੇ ਨਾਲ ਇਸ ਹਉਮੈ ਨੂੰ ਖਤਮ ਕਰ ਦਿੱਤਾ, ਜੋ ਵਾਹਿਗੁਰੂ ਵੱਲੋਂ ਇਹ ਆਤਮਾ ਦੇ ਵਿੱਚ ਸ਼ਬਦ ਟਿਕਾਇਆ ਹੋਇਆ ਹੈ, ਉਹਦੀ ਕਿਰਪਾ ਦੇ ਨਾਲ ਜੀਵ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਨਾਨਕ ਸਹਿਜ ਸਮਾਇਨ, ਹਰਿ ਆਪਣੀ ਕਿਰਪਾ ਕਰੇ। ਨਿਰੰਕਾਰ ਜੀ ਕਹਿੰਦੇ ਨੇ ਉਹ ਅਡੋਲ ਜੀਵ ਰਹਿ ਕੇ ਸੰਸਾਰ ਦੇ ਉੱਤੇ ਫਿਰ ਉਹ ਪ੍ਰੀਤਮ ਵਾਹਿਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਆ ਜਾਂਦੇ ਨੇ।
ਸੋ ਉਹ ਜਦੋਂ ਉਹਦੀ ਦ੍ਰਿਸ਼ਟੀ ਦੇ ਵਿੱਚ ਆ ਜਾਂਦੇ ਨੇ, ਫਿਰ ਉਹ ਹਰ ਆਪਣੀ ਕਿਰਪਾ ਕਰੇ, ਉਹਨਾਂ ਦੇ ਉੱਤੇ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਪੱਕਾ ਸਥਾਨ ਦੇ ਦਿੰਦੇ ਹਨ। ਪੌੜੀ ਹਰਿ ਆਪਣੀ ਭਗਤ ਕਰਾਏ, ਵਡਿਆਈ ਵੇਖਾ ਲੀਨ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਪ੍ਰੀਤਮ ਵਾਹਿਗੁਰੂ ਆਪਣੀ ਸੇਵਾ, ਆਪਣੀ ਭਗਤੀ ਆਪ ਹੀ ਕਿਰਪਾ ਕਰਕੇ ਕਰਵਾ ਰਹੇ ਹਨ ਤੇ ਵਡਿਆਈ ਵਿਖਾ ਲੈਣ, ਔਰ ਉਹ ਜੀਵ ਨੂੰ ਵਡਿਆਈ ਵੀ ਦੇ ਰਹੇ ਨੇ। ਇੱਥੋਂ ਹੁਣ ਆਪਾਂ ਨੂੰ ਇਹ ਅਨੁਭਵ ਹੁੰਦਾ ਹੈ, ਹਰ ਆਪਣੀ ਭਗਤ ਕਰਾਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਵ ਵਿਆਪਕ ਨੇ, ਹਰ ਵਸਤੂ ਦੇ ਵਿੱਚ ਬੈਠੇ ਹੋਏ ਨੇ ਜੋਤ ਸਰੂਪੀ ਬਣ ਕੇ, ਪਰ ਵੱਖਰੇ ਵੱਖਰੇ ਰੂਪ ਸੰਸਾਰ ਦੇ ਉੱਤੇ ਅਨੇਕਾਂ ਮਹਾਰਾਜ ਨੇ ਬਣਾਏ, ਅਕਾਲ ਪੁਰਖ ਨੇ ਬਣਾਏ। ਸੋ ਉਹਨਾਂ ਸਾਰਿਆਂ ਦੇ ਵਿੱਚ ਜੋਤ ਸਰੂਪੀ ਬਣਾ ਕੇ ਬੈਠ ਕੇ ਆਪ ਹੀ ਭਗਤੀ ਕਰਦੇ ਨੇ, ਆਪ ਹੀ ਆਪਣੇ ਪਿਆਰਿਆਂ ਨੂੰ ਵਡਿਆਈ ਦਵਾਉਂਦੇ ਹਨ। ਆਪਣੀ ਆਪ ਕਰੇ ਪ੍ਰਤੀਤ, ਆਪੇ ਸੇਵਕਾ ਲੀਨ। ਆਪੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਅੰਦਰ ਬੈਠ ਕੇ ਆਪਣੀ ਪ੍ਰਤੀਤ ਕਰਦੇ ਨੇ, ਆਪਣੇ ਆਪ ਨੂੰ ਪਹਿਚਾਣਦੇ ਨੇ, ਪਰ ਆਪੇ ਜਿਗਿਆਸੂ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸੇਵਾ ਕਰਦੇ ਹਨ। ਹਰ ਭਗਤਾਂ ਨੂੰ ਦੇ ਆਨੰਦ, ਥਿਰ ਕਰੀ ਬਹਾਲੀਨ। ਜਿਹੜੇ ਉਸ ਦੀ ਬੰਦਗੀ ਕਰਨ ਵਾਲੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਭਾਵੇਂ ਖੁਦ ਸਭ ਕੁਝ ਕਰ ਰਹੇ ਨੇ, ਕਹਿੰਦੇ ਉਹ ਆਪਣੇ ਭਗਤਾਂ ਨੂੰ ਸਦਾ ਆਨੰਦ ਵਾਲਾ ਜੀਵਨ ਦਿੰਦੇ ਨੇ ਤੇ ਥਿਰ ਘਰ ਬਹਾਲੀਨ। ਥਿਰ ਘਰ ਉਹਨੂੰ ਕਹਿੰਦੇ ਨੇ ਪੱਕਾ ਘਰ, ਜਿੱਥੋਂ ਵੀ ਸਾਡਾ ਆਉਣਾ ਜਾਣਾ ਨਹੀਂ ਬਣਦਾ, ਅਸੀਂ ਇੱਕ ਉਹ ਸਤਿਗੁਰ ਦੇ ਨਿਰੰਕਾਰ ਸੱਚੇ ਪਾਤਸ਼ਾਹ ਦਾ ਅਸਥਾਨ ਸਾਨੂੰ ਉਹ ਪ੍ਰਾਪਤ ਹੋ ਜਾਂਦਾ ਹੈ, ਜੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਨਾਮ ਦੇ ਨਾਲ ਆਪਣੇ ਭਗਤਾਂ ਨੂੰ ਸਤਿਗੁਰ ਜੀ ਆਨੰਦ ਉਸ ਸਥਿਰ ਘਰ ਦੇ ਵਿੱਚ ਬਹਾਲ ਕੇ ਬਿਠਾ ਕੇ ਆਨੰਦਮਈ ਜੀਵਨ ਬਤੀਤ ਕਰਨ ਦਾ ਸਤਿਗੁਰ ਜੀ ਗਿਆਨ ਦੇ ਦਿੰਦੇ ਹਨ। ਪਾਪੀਆਂ ਨੂੰ ਨਾ ਦੇ ਥਿਰ ਰਹਿਣ, ਚੁਣ ਨਰਕ ਘੋਰ ਚਾਲੀਨ। ਜਿਹੜੇ ਕੁਕਰਮੀ ਜੀਵ ਨੇ ਸੰਸਾਰ ਤੇ, ਜਿਹੜੇ ਪਾਪ ਕਮਾਉਂਦੇ ਨੇ, ਪਾਪਾਂ ਵਾਲੇ ਕੰਮ ਕਰਦੇ ਨੇ, ਪਾਪ ਬੀਜਦੇ ਨੇ, ਪਾਪ ਵੱਢਦੇ ਨੇ, ਪਾਪ ਹੀ ਖਾਂਦੇ ਨੇ, ਉਹਨਾਂ ਨੂੰ ਸਤਿਗੁਰ ਦੇ ਚਰਨਾਂ ਦੇ ਵਿੱਚ ਨਹੀਂ ਜਗ੍ਹਾ ਪਾਈ ਨਸੀਬ ਹੁੰਦੀ। ਇੱਥੇ 4 ਦਿਨ ਦੇ ਤਾਂ ਉਹਨਾਂ ਦੀ ਬੱਲੇ ਬੱਲੇ ਜ਼ਰੂਰ ਹੋ ਜਾਂਦੀ ਹੈ, ਪਰ ਸਤਿਗੁਰ ਦੇ ਚਰਨਾਂ ਦੇ ਵਿੱਚ ਉਹਨਾਂ ਨੂੰ ਜਗ੍ਹਾ ਨਸੀਬ ਨਹੀਂ ਹੁੰਦੀ। ਜਦ ਇਹ ਪਾਪੀ ਜਿਸ ਧਰਮਰਾਜ ਦੀ ਕਚਹਿਰੀ ਦੇ ਵਿੱਚ ਜਾਂਦੇ ਨੇ, ਮਹਾਰਾਜ ਚੁਣ ਕੇ ਇਹਨਾਂ ਨੂੰ, ਉਹ ਜਿਹੜਾ ਧਰਮਰਾਜ ਹੈ ਜਾਂ ਉਸ ਦੇ ਜਿਹੜੇ ਦੂਤ ਨੇ, ਚੁਣ ਕੇ ਇਹਨਾਂ ਨੂੰ ਘੋਰ ਕੁੰਭੀ ਨਰਕਾਂ ਵੱਲੋਂ ਤੋਰ ਦਿੰਦੇ ਹਨ। ਹਰ ਭਗਤਾਂ ਨੂੰ ਦੇ ਪਿਆਰ, ਕਰ ਅੰਗ ਨਿਸਤਾਰਿਨ। ਆਪਣੇ ਭਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਪਿਆਰ ਦਿੰਦੇ ਨੇ, ਪਿਆਰ ਦਿੰਦੇ ਨੇ, ਪਿਆਰ ਦੇ ਨਾਲ ਸਮਝਾਉਂਦੇ ਨੇ, ਗਿਆਨ ਦਿੰਦੇ ਨੇ। ਤਾਂ ਫਿਰ ਕੀ ਹੁੰਦਾ ਹੈ ਕਿ ਉਹ ਕਰ ਅੰਗ ਨਿਸਤਾਰਿਨ, ਉਹਨਾਂ ਨੂੰ ਆਪਣੇ ਨਾਲ, ਆਪਣੇ ਵਿੱਚ ਹੀ ਮਿਲਾ ਲੈਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ। ਉਹਨਾਂ ਦੇ ਹਿਰਦੇ ਦੇ ਵਿੱਚ ਅਡੋਲਤਾ ਟਿਕਾ ਕੇ ਰੱਖ ਦਿੰਦੇ ਨੇ। ਉਹ ਭਗਤ ਜਿਹੜੇ ਹੁੰਦੇ ਨੇ ਫਿਰ ਆਨੰਦ ਵਾਲਾ ਜੀਵਨ ਬਤੀਤ ਕਰਦੇ ਹਨ। ਸ਼ਲੋਕ ਮਹਿਲਾ ਪਹਿਲਾ, ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਕਟ ਚੂਹੜੀ, ਮੁੱਠੀ ਕ੍ਰੋਧ ਚੰਡਾਲ। ਇਹ ਜਿਹੜਾ ਸ਼ਬਦ ਹੈ, ਇਹ ਸ਼ਬਦੀ ਉਥਾਨਕਾ ਜਾਂ ਇਸ ਬਾਰੇ ਭੂਮਿਕਾ ਇਹਦੀ ਇਸ ਤਰ੍ਹਾਂ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਵਾਰ ਕਾਂਚੀ ਗਏ ਹੋਏ ਸਨ। ਕਾਂਚੀ ਦੇ ਵਿੱਚ ਜਾ ਕੇ ਕੀ ਦੇਖਦੇ ਨੇ, ਇੱਥੇ ਜਿਹੜੇ ਬੜਾ ਧਰਮ ਦੇ ਨਾਂ ਦੇ ਉੱਤੇ ਪਖੰਡ ਹੋ ਰਿਹਾ ਸੀ, ਬੜੀ ਭੋਲੀ ਭਾਲੀ ਸੰਗਤ ਨੂੰ ਲੁੱਟਿਆ ਜਾ ਰਿਹਾ ਸੀ, ਇਹ ਆਪਣੇ ਆਪ ਨੂੰ ਪੰਡਤ ਅਖਾਉਣ ਵਾਲਿਆਂ ਵੱਲੋਂ। ਪਰ ਇਹਨਾਂ ਦਾ ਦਿਖਾਵਾ ਇੱਕ ਬੜਾ ਵੱਖਰੇ ਰੂਪ ਦੇ ਵਿੱਚ ਹੁੰਦਾ ਸੀ। ਇਹ ਕੀ ਕਰਿਆ ਕਰਦੇ ਸਨ, ਚੌਂਕਾ ਬਣਾਇਆ ਕਰਦੇ ਨੇ, ਜਿੱਥੇ ਕਿ ਗਾਂ ਦੇ ਫੋਸ ਦੇ ਨਾਲ ਉਸ ਚੌਂਕੇ ਨੂੰ ਇਹਨਾਂ ਨੇ ਲਿਪਣਾ, ਹਰ ਚੀਜ਼ ਨੂੰ ਲਿਪਣਾ। ਇੱਥੇ ਤੱਕ ਵੀ ਕਰਦੇ ਹੁੰਦੇ, ਜਿਹੜੀਆਂ ਸੋਟੀਆਂ ਇਹਨਾਂ ਨੇ ਚੁੱਲ੍ਹੇ ਦੇ ਵਿੱਚ ਬਾਲਣੀਆਂ ਹੁੰਦੀਆਂ ਸੀ ਬਾਲਣ, ਉਹਨੂੰ ਵੀ ਧਾਓ ਕੇ ਸੁਕਾਇਆ ਕਰਦੇ ਸਨ। ਤਾਂ ਫਿਰ ਇਹ ਲਕੀਰਾਂ ਕੱਢਿਆ ਕਰਦੇ ਸਨ, ਕਾਰ ਜਿਹਨੂੰ ਕਹਿੰਦੇ ਨੇ, ਲਕੀਰਾਂ ਕੱਢਣੀਆਂ। ਉਸ ਲਕੀਰਾਂ ਕੱਢਣ ਤੋਂ ਬਾਅਦ ਇਹਨਾਂ ਦੇ ਮਨ ਦੇ ਵਿੱਚ ਭਰਮ ਪੈ ਜਾਂਦਾ ਸੀ ਵੀ ਸਾਡਾ ਚੌਂਕਾ ਚੁੱਲ੍ਹਾ ਬਿਲਕੁਲ ਪਵਿੱਤਰ ਹੋ ਗਿਆ ਹੈ। ਸਤਿਗੁਰ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹ ਸਭ ਕੁਝ ਦੇਖ ਰਹੇ ਹਨ। ਵੈਸੇ ਇਹਦੀਆਂ ਉਥਾਨਕਾਂ 2-3 ਵੱਖਰੀਆਂ ਬਣਦੀਆਂ ਨੇ, ਮੈਂ ਇਹ ਛੋਟੀ ਜਿਹੀ ਆਪ ਨਾਲ ਸਾਂਝੀ ਕਰ ਦੇਣੀ ਆ। ਸਤਿਗੁਰਾਂ ਨੇ ਦੇਖਿਆ ਵੀ ਬਹੁਤ ਜ਼ਿਆਦਾ ਇੱਥੇ ਤਾਂ ਪਖੰਡ ਹੋ ਰਿਹਾ ਹੈ। ਸਤਿਗੁਰ ਤੁਰੇ ਜਾਂਦੇ ਸਾਰਿਆਂ ਵੱਲ ਦੇਖਦੇ ਇੱਕ ਬੜੇ ਕਰੋਧੀ
पंडित दे जिसने अजे नवा नवा ही इस चौंका चुल्हा जिहड़ा सी इस नूं लिपिया, कारां कढ़ियां और जिसने ये सब कुछ करके हटिया, सतगुरां ने अपना चरण रख दिता उत्थे। बस मेहरबान दयालु कृपालु ने चरण रखा ते ये जिहड़ा पंडित सी उच्चा विद्वान को होण वाला, ये एकदम अग भभूका हो गया। अग भभूका जदों हो गया तो सतगुर सच्चे पातशाह नूं बड़ा माड़ा चंगा आख्या। आखण लगे कि मैं बड़ी मेहनत की सवेर तो, पर तुसीं आंदियां ने मेरा ये चौंका चुल्हा जिहड़ा है इस नूं पिट दिता, ये अपवित्र हो गया है। ते सतगुर सच्चे पातशाह जी आखण लगे, पंडिता गल सुण ध्यान दे नाल मेरी, मेरे पैर रखण दे नाल जां मेरे परछावें दे नाल ये तेरा चौंका चुल्हा जिहड़ा है ये नहीं झूठा होया, ये अपवित्र नहीं होया, ये तो पहले तो अपवित्र है। कारण कि ये अंदर 4 वड्डियां पापड़ां बैठियां हुईयां हन। ते ये हुण हैरान हो गया पंडित, आखण लगा है ये की कह दिता। ते उत्थे भी पंडित पुछदा कि किहड़ियां किहड़ियां। फिर सतगुर सच्चे पातशाह ने आपां नूं ये जिहड़ा शब्द है ये संपूर्ण तौर दे उत्ते आपां नूं जदों आपां इकट्ठियां 2-2 लाइनां ਇਹਦੇ 2-2 चरण पढ़ेंगे फिर इसका पूरा ਆਪਾਂ ਨੂੰ ਗਿਆਨ ਆਏਗਾ। कबुद डूमणी कुदया कसायण, पर निंदा कट चूहड़ी मुट्ठी क्रोध चंडाल। कारी कड्डी क्या थीए ਜਾਂ ਚਾਰੇ ਬੈਠੀਆਂ ਨਾਲ। ਹੁਣ ਜਦੋਂ ਉੱਥੇ ਰੌਲਾ ਰੱਪਾ ਪੈ ਗਿਆ, ਹੋਰ ਵੀ ਉੱਥੇ ਆਣ ਕੇ ਪੰਡਤ ਇਕੱਠੇ ਹੋ ਗਏ, ਆਖਣ ਲੱਗੇ ਹੈ ਇਹ ਤਾਂ ਬੜਾ ਉੱਚਾ ਸੁੱਚਾ ਪੰਡਤ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਗਿਆਨ ਦਿੰਦੇ ਨੇ, ਕਹਿੰਦੇ ਦੇਖੋ ਕਬੁੱਧ ਪੁਰਾਤਨ ਸਮੇਂ ਦੇ ਵਿੱਚ ਕੁਝ ਜਾਤੀਆਂ ਸਨ ਜਿਹੜੀਆਂ ਜਾਤੀਆਂ ਨੂੰ ਬਹੁਤ ਨੀਚ ਜਾਤ, ਜਿਨ੍ਹਾਂ ਦਾ ਪਰਛਾਵਾਂ ਵੀ ਇਹ ਲੋਕ ਆਪਣੇ ਉੱਤੇ ਪੈਣ ਨਹੀਂ ਸੀ ਦਿਆ ਕਰਦੇ ਸਨ। ਮੰਦਿਰਾਂ ਦੇ ਵਿੱਚ ਆਉਣ ਜਾਣ ਦੀ ਤਾਂ ਗੱਲ ਬਹੁਤ ਜ਼ਿਆਦਾ ਦੂਰ ਦੀ ਸੀਗੀ, ਜਾਂ ਗਿਆਨ ਦੀ ਗੱਲ ਉਹ ਤੋਂ ਵੀ ਪਰੇ ਸੀ। ਇਹਨਾਂ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ ਹੁੰਦਾ ਸੀ ਵੀ ਕਿਤੇ ਇਹ ਵੇਦ ਪੁਰਾਣਾਂ ਦਾ ਪਾਠ ਨਾ ਸੁਣਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਹੇ ਪੰਡਤ, ਸਭ ਤੋਂ ਪਹਿਲਾਂ ਤਾਂ ਕਬੁੱਧ, ਜਿਹੜੀ ਕਬੁੱਧ ਕੀ ਉਹਦੀ ਮਾੜੀ ਮੱਤ, ਖੋਟੀ ਮੱਤ ਜਿਹੜੀ ਤੇਰੀ ਹੈ, ਭਰਮਾਂ ਵਾਲੀ ਜਿਹੜੀ ਮੇਰੀ ਮੱਤ ਹੈ, ਇਹ ਮਰਾਸਣ ਡੂਮਣੀ ਕਹਿੰਦੇ ਨੇ ਮਰਾਸਣ ਨੂੰ, ਕਹਿੰਦੇ ਇਹ ਮਰਾਸਣ ਬਣ ਕੇ ਤੇਰੇ ਕੋਲ ਬੈਠੀ ਹੋਈ ਹੈ। ਕੋ ਦਾਇਆ, ਜਿਹੜੀ ਕਿ ਕਿਸੇ ਦੇ ਉੱਤੇ ਦਇਆ ਨਹੀਂ ਕਰਨੀ, ਹਰ ਇੱਕ ਦੇ ਮਗਰ ਜਾਣ ਕੇ ਹੜ ਕੇ ਕੁੱਤੇ ਵਾਂਗੂ ਹੀ ਭੱਜਣਾ, ਮਾੜਾ ਹੀ ਆਖੀ ਜਾਣਾ, ਕਿਸੇ ਨੂੰ ਵੀ ਪ੍ਰੇਮ ਦੇ ਨਾਲ ਨਹੀਂ ਬੋਲਣਾ, ਬਸ ਦਇਆ ਕਰਨੀ ਨਹੀਂ, ਆਪਣੀ ਵਡਿਆਈ ਕਰਿਆ ਜਾਣੇ। ਕਹਿੰਦੇ ਇਹ ਜਿਹੜੀ ਦਇਆ ਹੈ ਇਸ ਨੂੰ ਕਸਾਇਣ ਆਖਿਆ ਹੈ। ਕਸਾਇਣ ਕਹਿੰਦੇ ਨੇ ਕਸਾਈ ਜਿਹੜਾ ਜਾਨਵਰਾਂ ਨੂੰ ਪਸ਼ੂਆਂ ਨੂੰ ਮਾਰ ਕੇ ਉਹਦਾ ਮਾਸ ਵੇਚਦਾ ਹੈ, ਉਹਦੇ ਘਰ ਵਾਲੀ ਨੂੰ ਕਸਾਇਣ ਆਖਿਆ। ਕਹਿੰਦੇ ਦੂਸਰੀ ਇਹ ਤੇਰੇ ਕੋਲ ਬੈਠੀ ਆ। ਪਰ ਨਿੰਦਾ, ਜਿਹੜੀ ਤੂੰ ਸਾਰਿਆਂ ਦੀ ਨਿੰਦਾ ਹੀ ਕਰੀ ਜਾਣਾ, ਨਿੰਦਾ ਹੀ ਕਰਿਆ ਜਾਣਾ, ਈਰਖਾ ਤੇਰੇ ਅੰਦਰ ਪਹਾੜ ਬਣ ਕੇ ਬੈਠੀ ਹੋਈ ਹੈ, ਇਹ ਜਿਹੜੀ ਚੂੜੀ ਹੈ। ਤੀਜੀ ਇਹ ਤੇ ਚੌਥਾ ਹੈ ਕਹਿੰਦੇ ਕ੍ਰੋਧ ਚੰਡਾਲ। ਚੰਡਾਲ ਕਹਿੰਦੇ ਨੇ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦਇਆ ਨਾ ਹੋਵੇ, ਜਿਹੜਾ ਵੱਡੇ ਤੋਂ ਵੱਡਾ ਪਾਪੀ ਕਰਮ ਕਰਦਾ ਹੋਵੇ। ਚੰਡਾਲ ਜਿਹੜਾ ਇੱਥੇ ਤੱਕ ਚੰਡਾਲ ਉਹਨਾਂ ਨੂੰ ਵੀ ਆਖਿਆ ਹੈ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਤਲਵਾਰ ਚਲਾਈ ਔਰ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣਿਆ। ਇਹ ਚੰਡਾਲ ਹੁੰਦੇ ਸਨ। ਚੰਡਾਲ ਜਿਹੜੇ ਕਿ ਗੁਲਾਮ ਹੁੰਦੇ ਸਨ ਰਾਜਿਆਂ ਦੇ, ਪਰ ਜੋ ਰਾਜੇ ਕਹਿੰਦੇ ਸਨ ਉਹ ਉਹਨਾਂ ਨੂੰ ਕਰਨਾ ਪੈਂਦਾ ਹੁੰਦਾ ਹੈ। ਮਾੜੇ ਤੋਂ ਮਾੜਾ ਕਰਮ ਕਹਿਣ ਦਾ ਮਤਲਬ ਇਹ। ਪਰ ਇਹ ਚੰਡਾਲ ਜਿਹੜੇ ਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਹੜੀ ਇਹ ਇਹਨਾਂ ਦੇ ਘਰ ਵਾਲੀ ਸੀ ਉਹ ਚੰਡਾਲਨੀ ਉਹਨੂੰ ਕਿਹਾ ਹੈ। ਚੰਡਾਲੀ ਹਿੰਸਾ, ਲੜਾਈ ਝਗੜਾ ਖੜਾ ਕਰੀ ਰੱਖਣਾ, ਕਦੀ ਵੀ ਕਿਸੇ ਦੇ ਉੱਤੇ ਦਇਆ ਨਹੀਂ ਹੋਣੀ, ਕਦੀ ਆਪਣੇ ਆਪ ਨੂੰ ਸੋਚਣ ਦੇ ਆਪਣੀ ਸੋਚਣ ਸ਼ਕਤੀ ਨੂੰ ਵਰਤਣਾ ਹੀ ਨਾ। ਜੋ ਜਿਹਦੇ ਗੁਲਾਮ ਸੀ ਉਹਦੇ ਹੀ ਅਧੀਨ ਰਹਿੰਦੇ ਸਨ। ਔਰ ਕਹਿੰਦੇ ਸਤਿਗੁਰ ਕਹਿੰਦੇ ਨੇ ਇਹ ਚਾਰ ਜਿਹੜੀਆਂ ਨੇ ਮਰਾਸਣ, ਕਸਾਇਣ ਕਸਾਈ ਦੇ ਘਰ ਵਾਲੀ, ਚੂੜੀ ਔਰ ਜਿਹੜੀ ਚੰਡਾਲਣੀ ਚੰਡਾਲ ਦੇ ਘਰ ਵਾਲੀ ਜਿਹੜੀ ਹੈ, ਇਹ ਚਾਰੇ ਹੀ ਤੇਰੇ ਨਾਲ ਹਰ ਵੇਲੇ ਤੇਰੇ ਅੰਦਰ ਬੈਠੀਆਂ ਨੇ।
ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠਿਆਂ ਨਾਲ। ਇਹ ਭਾਵੇਂ ਤੂੰ ਜਿੰਨੀਆਂ ਮਰਜ਼ੀ ਲਕੀਰਾਂ ਕੱਢੀ ਜਾ, ਜਿੰਨੇ ਮਰਜ਼ੀ ਚੌਂਕੇ ਸਾਫ਼ ਕਰੀ ਜਾ, ਜਿੰਨਾ ਮਰਜ਼ੀ ਤੂੰ ਆ ਸੋਟੀਆਂ ਵੀ ਧੋ ਧੋ ਕੇ ਸੁਕਾ ਕੇ ਚੁੱਲ੍ਹੇ ਦੇ ਵਿੱਚ ਬਾਲ ਲਾ, ਪਰ ਤੇਰਾ ਅੰਦਰ ਪਵਿੱਤਰ ਨਹੀਂ ਹੈ, ਤੇਰਾ ਚੌਂਕਾ ਪਵਿੱਤਰ ਨਹੀਂ, ਕਿਉਂਕਿ ਚਾਰੇ ਤੇਰੇ ਨਾਲ ਬੈਠੀਆਂ ਹੋਈਆਂ ਹਨ। ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪੇਹੀ। ਪੰਡਤਾ ਜੇ ਸੱਚਮੁੱਚ ਵੀ ਤੂੰ ਸੱਚ ਦਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ, ਉਹ ਐਨ ਉੱਚਾ ਸੁੱਚਾ ਰਹਿਣਾ ਚਾਹੁੰਦਾ, ਕਹਿੰਦੇ ਫਿਰ ਇਹ ਚੀਜ਼ਾਂ ਛੱਡ ਦੇ ਜਿਹੜੀਆਂ ਤੂੰ ਪਖੰਡ ਕਰਨ ਡਿਆ ਆ। ਇਸ ਕਾਰਨ ਕਰਕੇ ਤੂੰ ਏਦਾਂ ਕਰ, ਨਾਵਣ ਨਾਉ ਜਪੇਹੀ। ਤੂੰ ਆਪਣੇ ਅੰਦਰ ਦੇ ਜਿਹੜੀ ਅੰਦਰ ਤੇਰੇ ਮੈਲ ਲੱਗੀ ਹੋਈ ਆ ਵਿਕਾਰਾਂ ਦੀ, ਇਹ ਚਾਰ ਚੂੜੀਆਂ ਦੀ ਵੀ, ਇਹ ਚਾਰ ਚੀਜ਼ਾਂ ਜਿਹੜੀਆਂ ਨੇ ਕੁਬੁੱਧ, ਡੂਮਣੀ, ਕੁਦਾਇਆ, ਕੁਸਾਇਣ, ਪਰ ਨਿੰਦਾ, ਘੱਟ ਚੂੜੀ, ਇਹ ਜਿਹੜੀਆਂ ਤੇਰੇ ਅੰਦਰ ਬੈਠੀਆਂ ਨੇ, ਜੇ ਇਹਨਾਂ ਨੂੰ ਖਤਮ ਕਰਨਾ ਤਾਂ ਭਾਈ ਨਾਮ ਜਪ ਕੇ ਉਸ ਪ੍ਰਮਾਤਮਾ ਵਾਹਿਗੁਰੂ ਦਾ ਉਹਦੇ ਉੱਤੇ ਸੰਪੂਰਨ ਭਰੋਸਾ ਰੱਖ ਕੇ ਅੰਦਰ ਨੂੰ ਧੋ। ਨਾਨਕ ਅੱਗੇ ਊਤਮ ਸੇਈ, ਜੇ ਪਾਪਾਂ ਪੰਦ ਨ ਦੇਹੀ। ਪੰਡਿਤ ਜੀ ਸੰਸਾਰ ਦੇ ਉੱਤੇ ਉਹੀ ਉੱਤਮ ਆਪਣਾ ਮੁਖੜਾ ਲੈ ਕੇ ਜਾਂਦਾ ਹੈ ਜਿਹੜੇ ਕਿ ਇਸ ਤਰ੍ਹਾਂ ਦੇ ਜਿਹੜੇ ਪਾਪਾਂ ਦੇ ਪੰਧ ਨੇ, ਪਾਪਾਂ ਦੇ ਰਾਹ ਨੇ, ਇਹ ਪਾਪਾਂ ਦੇ ਰਾਹਾਂ ਦੇ ਉੱਤੇ ਬਿਲਕੁਲ ਆਪਣਾ ਕਦਮ ਨਹੀਂ ਰੱਖਦੇ। ਪਾਪਾਂ ਪੰਧ ਨਾ ਦੇਹੀ, ਪੰਧ ਕਹਿੰਦੇ ਨੇ ਰਾਸਤੇ ਨੂੰ, ਨਾ ਦੇਹੀ ਜਿਹੜੇ ਨਹੀਂ ਰਾਸਤੇ ਦੇ ਉੱਤੇ ਚੱਲਦੇ। ਸੋ ਪੰਡਿਤ ਜੀ ਜਿਹੜੇ ਪਾਪਾਂ ਵਾਲੇ ਰਾਸਤੇ ਦੇ ਉੱਤੇ ਨਹੀਂ ਚੱਲਦੇ, ਉਹ ਇਸ ਸੰਸਾਰ ਦੇ ਉੱਤੋਂ ਮੁਖ ਉਜਲਾ ਲੈ ਕੇ ਜਾਂਦੇ ਹਨ। ਮਹਿਲਾ ਪਹਿਲਾ, ਕਿਆ ਹੰਸ ਕਿਆ ਬਗੁਲਾ, ਜਾ ਕੋ ਨਦਰ ਕਰੇ। ਸਤਿਗੁਰ ਸੱਚੇ ਪਾਤਸ਼ਾਹ ਦਾ ਇਹ ਉਪਦੇਸ਼ ਸੁਣ ਕੇ ਉੱਪਰ ਵਾਲਾ ਇਹ ਸਾਰੇ ਸਤਿਗੁਰ ਦੇ ਚਰਨਾਂ ਦੇ ਉੱਤੇ ਆਣ ਕੇ ਡਿੱਗ ਪਏ, ਨਿਰੰਕਾਰ ਦੇ ਉੱਤੇ। ਤਾਂ ਜਿਸ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਉੱਤੇ ਰਹਿਮਤ ਕੀਤੀ, ਇਹਨਾਂ ਨੂੰ ਗਿਆਨ ਦਿੱਤਾ, ਤਾਂ ਜੋ ਆਖਦੇ ਨੇ ਕਿ ਉਸ ਵੇਲੇ ਭਾਈ ਮਰਦਾਨਾ ਜੀ ਨੇ ਆਖਿਆ ਵੀ ਦੇਖੋ ਇਹ ਅਕਾਲ ਪੁਰਖ ਨਿਰੰਕਾਰ ਕਿੰਨੇ ਉੱਚੇ ਤੇ ਸੁੱਚੇ ਹਨ, ਇਹ ਨਿਰੰਕਾਰ ਕਿੰਨੇ ਦਇਆਵਾਨ ਹਨ, ਇਹ ਨਿਰੰਕਾਰ ਕਿੰਨੇ ਮਿਹਰਬਾਨ ਹਨ। ਇਹਨਾਂ ਨੇ ਤਾਂ ਦੇਖ ਲਓ, ਇਹ ਜਿਹੜੇ ਕਾਲੇ ਕਾਂ ਜਾਂ ਜਿਹੜੇ ਬਗਲੇ ਸੀ, ਜਿਹੜੇ ਕਿ ਆਪਣੇ ਆਪ ਨੂੰ ਚਿੱਟੇ ਘਾਉਂਦੇ ਨੇ ਪਰ ਲੋਕਾਂ ਨੂੰ ਡੰਗਣ ਲੁੱਟਣ ਵਾਸਤੇ ਹਰ ਤਰ੍ਹਾਂ ਦੇ ਹੀਲੇ ਵਸੀਲੇ ਕਰਦੇ ਸਨ, ਉਹਨਾਂ ਨੂੰ ਕਿੰਨੀ ਉੱਤਮ ਮੱਤ ਦੇ ਦਿੱਤੀ। ਫਿਰ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਸ਼ਲੋਕ ਨੂੰ ਉਚਾਰਨ ਕੀਤਾ, ਕਿਆ ਹੰਸ, ਕੀ ਹੰਸ, ਕਿਆ ਬਗਲਾ, ਕੀ ਬਗਲਾ। ਤੇ ਨਾਲ ਦੀ ਲਾਈਨ ਜਦੋਂ ਨਾਲ ਆਪਾਂ ਪੜਾਂਗੇ ਦੋਨੋਂ, ਫਿਰ ਇਹਦੇ ਤਾਂ ਹੀ ਪੂਰੇ ਅਰਥ ਨਿਕਲਣਗੇ। ਜੋ ਤਿਸ ਭਾਵੈ ਨਾਨਕਾ, ਕਾਗੋ ਹੰਸ ਕਰੇ। ਸਤਿਗੁਰ ਕਹਿੰਦੇ ਨੇ ਕੀ ਹੰਸ, ਕੀ ਬਗਲਾ ਤੇ ਕੀ ਕਾਂ। ਜਿਹੜਾ ਇੱਥੇ ਹੁਣ ਗੱਲ ਤੇ ਤਿੰਨ ਜਾਨਵਰਾਂ ਦੀ ਕੀਤੀ ਮਹਾਰਾਜ ਨੇ, ਤਿੰਨ ਪੰਛੀਆਂ ਦੀ ਕੀਤੀ, ਪਰ ਸਮਝਾਉਂਦੇ ਆਪਾਂ ਨੂੰ ਸੰਸਾਰ ਨੂੰ। ਕਹਿੰਦੇ ਨੇ ਇਹ ਸਾਰੇ ਤਰ ਜਾਂਦੇ ਨੇ ਸਤਿਗੁਰ ਦੇ ਕੋਲ ਆਣ ਕੇ, ਜਿਨ੍ਹਾਂ ਦੇ ਉੱਤੇ ਉਹ ਮਿਹਰਬਾਨ ਦਿਆਲੂ ਕਿਰਪਾਲੂ ਦੀ ਨਜ਼ਰ ਹੋ ਜਾਂਦੀ ਹੈ। ਇਸੇ ਕਾਰਨ ਕਰਕੇ ਕੋਈ ਕਿੱਡਾ ਵੱਡਾ ਚੰਡਾਲ ਹੋਵੇ, ਕੋਈ ਕਿੱਡਾ ਵੱਡਾ ਪਾਪੀ ਹੋਵੇ, ਕੋਈ ਕਿੱਡਾ ਵੱਡਾ ਕੁਕਰਮੀ ਹੋਵੇ, ਕੋਈ ਕਾਮ ਵਾਸ਼ਨਾਵਾਂ ਦੇ ਵਿੱਚ ਫਸਿਆ ਹੋਵੇ, ਸਤਿਗੁਰ ਕਹਿੰਦੇ ਨੇ ਇਹ ਸਾਰੇ ਜਿਹੜੇ ਕਾਲੇ ਕਾਵਾਂ ਵਰਗੇ ਨੇ, ਉਹ ਸਾਰੇ ਜੇ ਕਿਤੇ ਸੁਚੇਤ ਹੋ ਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਆ ਜਾਵਣ, ਨਿਰੰਕਾਰ ਉਹਨਾਂ ਦੇ ਗੁਣ ਔਗਣ ਨਹੀਂ ਦੇਖਦੇ, ਉਹਨਾਂ ਦੇ ਉੱਤੇ ਵੀ ਰਹਿਮਤ ਕਰ ਦਿੰਦੇ ਨੇ, ਉਹਨਾਂ ਨੂੰ ਵੀ ਐਸਾ ਗਿਆਨ ਦੇ ਦਿੰਦੇ ਨੇ, ਉਹ ਸਾਰਿਆਂ ਨੂੰ ਕਾਲੇ ਕਾਮਾਂ ਤੋਂ ਪਵਿੱਤਰ ਚਿੱਟੇ ਸੋਹਣੇ ਹੰਸ ਬਣਾ ਦਿੰਦੇ ਨੇ। ਕਿਉਂਕਿ ਕਾਂ ਵੀ ਹਰ ਵੇਲੇ ਵਿਸਟਾ ਖਾਂਦਾ, ਤੇ ਜਿਹੜਾ ਬਗਲਾ ਹੈ ਉਹ ਵੀ ਭਾਵੇਂ ਸਰੋਵਰ ਦੇ ਉੱਤੇ ਰਹਿੰਦਾ ਹੈ ਤੇ ਉੱਥੇ ਵੀ ਉਹ ਮੱਛੀ ਡੱਡੀ ਵੱਲੋਂ ਹੀ ਹਰ ਵੇਲੇ ਉਹਦਾ ਧਿਆਨ ਜੁੜਿਆ ਰਹਿੰਦਾ। ਤੇ ਜਿਹੜੇ ਇਹ ਪ੍ਰੀਤਮ ਵੱਲੋਂ ਕੀਤੇ ਬਖਸ਼ਿਸ਼ ਕੀਤੇ ਹੋਏ ਇਹ ਹੰਸ ਨੇ, ਜਿਨ੍ਹਾਂ ਨੂੰ ਬਹੁਤ ਸਤਿਗੁਰਾਂ ਨੇ ਉੱਚਾ ਤੇ ਸੁੱਚਾ ਮਾਣ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ, ਕਹਿੰਦੇ ਨੇ ਇਹ ਮਾਨ ਸਰੋਵਰ ਦੇ ਉੱਤੇ ਬੈਠ ਕੇ ਹੀਰੇ ਮੋਤੀ ਹੀ ਖਾਂਦੇ ਹਨ। ਇਸ ਕਾਰਨ ਕਰਕੇ ਸਤਿਗੁਰ ਕਹਿੰਦੇ ਨੇ ਜਿਸ ਤਰ੍ਹਾਂ ਦਾ ਵੀ ਕੋਈ ਜੀਵ ਮਿਹਰਬਾਨ ਦਿਆਲੂ ਕਿਰਪਾਲੂ ਦੇ ਚਰਨਾਂ ਦੇ ਵਿੱਚ ਆਣ ਕੇ ਡਿੱਗ ਪਏ, ਸਤਿਗੁਰ ਅੱਗੇ ਮੈਂ ਮੇਰੀ ਖਤਮ ਕਰਕੇ ਬੈਠ ਜਾਵੇ, ਸਤਿਗੁਰ ਦੇ ਗਿਆਨ ਨੂੰ ਹਾਸਲ ਕਰ ਲਵੇ, ਨਿਰੰਕਾਰ ਸੱਚੇ ਪਾਤਸ਼ਾਹ ਜੀ ਉਸ ਨੂੰ ਵੀ ਇੱਥੋਂ ਭਗਤ ਬਣਾ ਕੇ ਤਾਰ ਦਿੰਦੇ ਹਨ। ਪੌੜੀ ਕੀਤਾ ਲੋੜੀਏ ਕੰਮ, ਸੋ ਹਰ ਪਹਿ ਆਖੀਐ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸੰਸਾਰ ਨੂੰ। ਕਹਿੰਦੇ ਦੇਖ ਭਾਈ, ਇਹਨਾਂ ਤੂੰ ਇਦੂ ਦਰ ਦੇ ਉੱਤੇ ਆਣ ਕੇ ਨਿਮਾਣਾ ਬਣ ਜਾ। ਹੁਣ ਇੱਥੇ ਇਹ ਨਾ ਸੋਚ ਕੇ ਆਹ ਕੰਮ ਮੈਂ ਕਰਨਾ, ਆਹ ਕੰਮ ਮੈਂ ਕਰ ਸਕਦਾ ਹਾਂ ਜਾਂ ਮੈਂ ਕੀਤਾ ਹੈ। ਕਹਿੰਦੇ ਨਹੀਂ, ਜਿਹੜਾ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਹੋ,
ਧਰਮ ਦਾ ਕੰਮ, ਸੇਵਾ ਕਰਨੀ ਸ਼ੁਰੂ ਕਰਨੀ ਚਾਹੁੰਦੇ ਹੋ, ਸਿਮਰਨ ਕਰਨਾ ਸ਼ੁਰੂ ਚਾਹੁੰਦੇ ਹੋ, ਬਾਣੀ ਦਾ ਗਿਆਨ ਲੈਣਾ ਚਾਹੁੰਦੇ ਹੋ, ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲੋਂ ਕੋਈ ਦਾਤ ਪ੍ਰਾਪਤ ਕਰਨੀ ਚਾਹੁੰਦੇ ਹੋ, ਸਭ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਮੋਹਰੇ ਅਰਦਾਸ ਕਰੋ। ਇਹ ਅਰਦਾਸ ਹੈ ਸਾਡੀ। ਕਹਿੰਦੇ ਨੇ ਵੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੇ। ਜੋ ਵੀ ਸੰਸਾਰ ਦੇ ਉੱਤੇ ਜੀਵ ਕੰਮ ਤੂੰ ਕਰਨਾ ਚਾਹੁੰਦਾ, ਚਾਹੇ ਦੁਕਾਨ ਖੋਲਣੀ ਚਾਹੁੰਦਾ, ਚਾਹੇ ਤੂੰ ਕਿਸੇ ਵਾਸਤੇ ਕੰਮ ਕਰ ਰਿਹਾ, ਕਹਿੰਦੇ ਇਸ ਕਾਰਨ ਕਰਕੇ ਸੱਚ ਦਾ, ਇੱਥੇ ਸੱਚ ਦੀ ਵਣਜ ਕਰਨ ਵਾਸਤੇ ਸਭ ਤੋਂ ਪਹਿਲਾਂ ਉਹ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਉਹ ਅਕਾਲ ਪੁਰਖ ਨਿਰੰਕਾਰ ਆਪਣੇ ਪਿਆਰਿਆਂ ਦਾ ਸੱਚਾ ਸਾਖੀ ਬਣ ਕੇ, ਮਿੱਤਰ ਬਣ ਕੇ ਸਾਰੇ ਕਾਰਜ ਸਵਾਰ ਦਿੰਦੇ ਹਨ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ। ਇਹ ਸੰਸਾਰੀ ਜੀਵੋ ਸਤਿਗੁਰ ਦੇ ਬਖਸ਼ਿਆਂ ਵੱਲੋਂ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਨਾਮ ਦਾ ਅੰਮ੍ਰਿਤ ਚੱਖੋ। ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ। ਉਹ ਵੀ ਇਸੇ ਤਰ੍ਹਾਂ ਬੇਨਤੀਆਂ ਕਰਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਹਰ ਤਰ੍ਹਾਂ ਦੇ ਭੈ ਨੂੰ ਨਾਸ ਕਰਨ ਵਾਲੇ ਪ੍ਰੀਤਮ ਵਾਹਿਗੁਰੂ ਜੀ, ਦਾਸ ਦੀ ਲਾਜਪਤ ਸੰਸਾਰ ਤੇ ਵੀ ਰੱਖਿਓ, ਪਰਲੋਕ ਦੇ ਵਿੱਚ ਵੀ ਰੱਖਿਓ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਸਾਰ ਤੇ ਜੀਵੋ ਉਹ ਪ੍ਰੀਤਮ ਵਾਹਿਗੁਰੂ ਦੀ ਬੰਦਗੀ ਕਰੋ, ਉਹਦੇ ਗੁਣ ਗਾਵੋ। ਜਦੋਂ ਉਹਦੇ ਤੁਸੀਂ ਗੁਣ ਗਾਵੋਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਗੁਣਾਂ ਦੇ ਗਾਉਣ ਦੇ ਨਾਲ ਅਲਖ ਪ੍ਰਭ ਲਾਖੀਏ, ਕਹਿੰਦੇ ਅਸੀਂ ਉਸ ਪ੍ਰੀਤਮ ਵਾਹਿਗੁਰੂ ਨੂੰ ਪਹਿਚਾਣ ਲੈਂਦੇ ਹਾਂ। ਸ਼ਲੋਕ ਮਹਿਲਾ ਤੀਜਾ ਜਿਉ ਪਿੰਡ ਸਭ ਤਿਸ ਕਾ ਸਭ ਸੇ ਦੇ ਆਧਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਔਰ ਜਿਹੜੇ ਉੱਥੇ ਸਤਿਗੁਰ ਕੋਲੋਂ ਉਪਦੇਸ਼ ਲੈਣ ਵਾਸਤੇ ਆਉਂਦੇ ਨੇ ਉਹਨਾਂ ਨੂੰ ਦੱਸਦੇ ਨੇ ਇਹ ਜੀਓ ਕਹਿੰਦੇ ਨੇ ਆਤਮਾ ਨੂੰ, ਤੇ ਪਿੰਡ ਕਹਿੰਦੇ ਨੇ ਘਰ ਨੂੰ। ਕਹਿੰਦੇ ਭਾਈ ਇਹ ਸਰੀਰ, ਇਹਦੇ ਅੰਦਰ ਜਿਹੜੀ ਉਹ ਪ੍ਰਮਾਤਮਾ ਰੂਪੀ ਆਤਮਾ ਹੈ, ਇਹ ਸਭ ਕੁਝ ਉਸ ਦੀ ਹੈ। ਉਸ ਹੀ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਹੁਕਮ ਚੱਲਦਾ ਹੈ ਤੇ ਉਸ ਹੀ ਅਕਾਲ ਪੁਰਖ ਦਾ ਸਾਰਿਆਂ ਨੂੰ ਸਹਾਰਾ ਹੈ। ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ। ਉਹ ਮਿਹਰਾਂ ਕਰਨ ਵਾਲੇ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਸਦਾ ਹੀ ਹਰ ਵੇਲੇ ਉਹਦੀ ਬੰਦਗੀ ਕਰੀਏ, ਉਹਦੀ ਵਡਿਆਈ ਕਰ ਕਰਕੇ ਆਪਣੇ ਜੀਵਨ ਨੂੰ ਸਫਲ ਕਰੀਏ। ਹਉ ਬਲਿਹਾਰੀ ਤਿਨ ਕਉ ਜਿਨ ਧਿਆਇਆ ਹਰ ਨਿਰੰਕਾਰ। ਵਾਹਿਗੁਰੂ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰੇ ਜਾਣਾ, ਕਰਵਾਨ ਜਾਣਾ, ਉਹਨਾਂ ਨੂੰ ਮਾਣ ਦਿਨਾ ਕਿਹਨਾਂ ਨੂੰ, ਜਿਨ੍ਹਾਂ ਨੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਇੱਕ ਰਸ ਵਿੱਚ ਇੱਕ ਲਿਵ ਜੋੜ ਕੇ ਬੰਦਗੀ ਕੀਤੀ। ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਜਿਨ੍ਹਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਕਰ ਕਰਕੇ ਇਹ ਸੰਸਾਰ ਦੇ ਉੱਤੇ ਜੀਵਨ ਆਪਣਾ ਸਫਲ ਕਰ ਲਿਆ, ਉਹਨਾਂ ਦੇ ਮੁਖ ਇੱਥੇ ਉਜਲੇ ਹੁੰਦੇ ਨੇ, ਇੱਥੇ ਵੀ ਵਡਿਆਈਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ, ਸਤਿਗੁਰੂ ਜੀ ਦਿੰਦੇ ਨੇ। ਔਰ ਜਿਸ ਵੇਲੇ ਉਹ ਇੱਥੇ ਵਡਿਆਈਆਂ ਹੁੰਦੀਆਂ ਨੇ ਉਹਨਾਂ ਦੀਆਂ, ਤੇ ਫਿਰ ਜਿਹੜੇ ਸੰਸਾਰ ਦੇ ਜੀਵ ਨੇ ਉਹ ਉਹਨਾਂ ਪ੍ਰੀਤਮ ਦੇ ਪਿਆਰਿਆਂ ਨੂੰ, ਭਗਤ ਜਨਾਂ ਨੂੰ, ਸੰਤ ਜਨਾਂ ਨੂੰ ਤਨ ਤਨ ਆ ਕੇ ਉਹਨਾਂ ਨੂੰ ਨਮਸਕਾਰ ਕਰਦੇ ਹਨ। ਮਹਿਲਾ ਤੀਜਾ ਸਤਿਗੁਰੂ ਮਿਲਿਐ ਉਲਟੀ ਪਈ ਨਵ ਨਿਧ ਖਰਚਿਓ ਖਾਓ। ਮਾਲਕ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਹੜੀ ਸਾਡੀ ਮੱਤ ਹੈ ਇਹ ਜਿਹੜੀ ਸਹੀ ਤੁਰ ਪੈਂਦੀ ਹੈ। ਹੁਣ ਜਿਹੜੀ ਉਲਟੀ ਤੋਂ ਮਤਲਬ ਵੀ ਜਿਹੜੇ ਵਿਕਾਰ ਸਨ ਉਹਨਾਂ ਨੂੰ ਉਸ ਨੇ ਖਤਮ ਕਰ ਦਿੱਤਾ। ਜਦੋਂ ਵਿਕਾਰਾਂ ਨੂੰ ਖਤਮ ਕਰ ਦਿੱਤਾ ਉਸ ਨੇ, ਤਾਂ ਫਿਰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਮਿਲ ਗਏ, ਨੋ ਜਿਹੜੇ ਹਨ ਮਿਲ ਗਿਆ ਉਹਨਾਂ ਨੂੰ। ਸੋ ਇਸ ਕਾਰਨ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਹੜੇ ਉਸ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਮਿਲਣ ਕਰਕੇ ਇਸ ਸੰਸਾਰ ਦੇ ਵੱਲੋਂ ਉਹਨਾਂ ਨੇ ਆਪਣੀ ਮੱਤ ਨੂੰ ਤੋੜ ਲਿਆ, ਉਲਟੀ ਕਰ ਦਿੱਤੀ ਸੰਸਾਰ ਨੂੰ। ਉਹਨਾਂ ਨੇ ਆਪਣੇ ਆਪ ਨੂੰ ਉਪਰਾਮ ਦੇ ਦਿੱਤਾ ਮਾਇਆ ਵੱਲੋਂ, ਉਹ ਉਹਨਾਂ ਨੇ ਆਪਣੇ ਆਪ ਨੂੰ ਦੂਰ ਕਰ ਲਿਆ। ਕਹਿੰਦੇ ਨਵ ਨਿਧ ਖਰਚਿਓ ਖਾਓ। 9 ਨਿਧਾਂ ਤੇ 18 ਸਿੱਧੀਆਂ। ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸੰਸਾਰ ਦੇ ਉਤੋਂ ਜਾਂ ਵਿਕਾਰਾਂ ਦੀ ਦੁਨੀਆ ਦੇ ਵਿੱਚੋਂ ਨਿਕਲ ਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਆਪਣਾ ਜੀਵਨ ਲਾ ਦਿੱਤਾ। ਸਤਿਗੁਰ ਉਹਨਾਂ ਦੀ ਹਥੇਲੀ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਰੱਖ ਦਿੰਦੇ ਹਨ
ਤੇ ਇਹ ਜਿਹੜੀਆਂ ਵਸਤੂਆਂ ਹੁੰਦੀਆਂ ਨੇ ਇਹਨਾਂ ਨੂੰ ਹੀ ਇਹਨਾਂ ਦੇ ਰਾਹੀਂ ਹੀ ਸਾਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਖਰਚ ਕਰਦੇ ਹਨ। 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਏ। ਇਹ 18 ਸਿੱਧੀਆਂ ਪ੍ਰੀਤਮ ਦੇ ਪਿਆਰਿਆਂ ਦੇ ਮਗਰ ਤੁਰੀਆਂ ਫਿਰਦੀਆਂ ਨੇ, ਔਰ ਫਿਰਨ ਦੇ ਕਾਰਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰ ਨਿਜ ਘਰ ਵਸੇ ਨਿਜ ਆਏ। ਤੇ ਉਹ ਜੀਵ ਜਿਹੜਾ ਜਿਹਦੇ ਮਗਰ ਇਹ ਰਿਧੀਆਂ ਸਿੱਧੀਆਂ ਸੇਵਾ ਦੇ ਵਿੱਚ ਹੱਥ ਜੋੜ ਕੇ ਖੜੀ ਹੈ, ਇੱਥੇ ਤੱਕ ਮਾਇਆ ਵੀ ਸੇਵਾ ਕਰਨ ਵਾਸਤੇ ਹੱਥ ਜੋੜ ਕੇ ਖੜੀ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਅੰਤ ਦੇ ਉੱਤੇ ਆਪਣੇ ਸਹੀ ਟਿਕਾਣੇ ਵਾਲੇ ਘਰ, ਸਹੀ ਘਰ ਦੇ ਵਿੱਚ, ਨਿਜ ਘਰ ਦੇ ਵਿੱਚ ਉਹਨਾਂ ਦਾ ਵਾਸਾ ਹੋ ਜਾਂਦਾ ਹੈ। ਕਹਿਣ ਤੋਂ ਭਾਵ ਉਹਨਾਂ ਦਾ ਆਉਣਾ ਜਾਣਾ ਸੰਸਾਰ ਤੇ ਜਨਮ ਮਰਨ ਨਿਰੰਕਾਰ ਸੱਚੇ ਪਾਤਸ਼ਾਹ ਜੀ ਖਤਮ ਕਰ ਦਿੰਦੇ ਹਨ। ਅਨਹਦ ਧੁਨੀ ਸਦ ਵੱਜਦੇ, ਉਨ ਮਨ ਹਰ ਲਿਵ ਲਾਏ। ਅਨਹਦ ਧੁਨੀ, ਇੱਥੇ ਮੈਂ ਇੱਕ ਬੇਨਤੀ ਕਰਾਂ ਕਿ ਕਈ ਪ੍ਰਾਣੀਆਂ ਦੇ ਮੈਨੂੰ ਫੋਨ ਵੀ ਆਏ ਸਨ, ਕਹਿੰਦੇ ਨੇ ਵੀ ਸਾਨੂੰ ਇੱਥੇ ਕਈ ਲੋਕ ਐਸੇ ਮਿਲਦੇ ਨੇ, ਕਹਿੰਦੇ ਨੇ ਵੀ ਸਾਡੇ ਅਨਹਦ ਬਾਜੇ ਵੱਜਦੇ ਨੇ ਤੇ ਅਨਹਦ ਬਾਜੇ ਵੀ ਸਾਨੂੰ ਅਨਹਦ ਬਾਜਿਆਂ ਦਾ ਬਾਬਾ ਜੀ ਜ਼ਰੂਰ ਗਿਆਨ ਦਿਓ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਪਹਿਲੀ ਗੱਲ ਤਾਂ ਇਹ ਦੇਖੋ ਵੀ ਜਿਹੜੇ ਅਨਹਦ ਦਾ ਮਤਲਬ ਕੀ ਹੁੰਦਾ, ਕਿਉਂਕਿ ਸਾਡੇ ਕੰਨਾਂ ਦੇ ਵਿੱਚ ਜਿੱਦਾਂ ਸਾਡੀ ਉਮਰ ਵੱਡੀ ਹੋ ਜਾਂਦੀ ਆ, ਸਾਡੇ ਇੱਕ ਬੀਂਡੇ ਵਾਂਗੂ ਟੀ 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 ਚੱਲਦੀ ਰਹਿੰਦੀ। ਇਹ ਭਾਈ ਜਦੋਂ ਤੁਸੀਂ ਇਹਦੀ ਰਿਸਰਚ ਕਰੋਗੇ ਜਾਂ ਤੁਸੀਂ ਡਾਕਟਰਾਂ ਤੋਂ ਪੁੱਛੋਗੇ, ਇਹ ਇੱਕ ਬਿਮਾਰੀ ਹੈ ਪਰ ਇਹਦਾ ਇਲਾਜ ਨਹੀਂ ਦੁਨੀਆ ਦੇ ਉੱਤੇ ਹੈ। ਸੋ ਇਹਨੂੰ ਵੀ ਕਈ ਕਹਿ ਦਿੰਦੇ ਨੇ ਵੀ ਸਾਡੇ ਹੁਣ ਅਨਹਦ ਬਾਜੇ ਵੱਜਣੇ ਸ਼ੁਰੂ ਹੋ ਗਏ। ਜਿਹੜੇ ਬਾਜਿਆਂ ਦੀ ਗਾਹਾਂ ਜਾ ਕੇ ਗੁਰੂ ਜੀ ਗੱਲ ਕਰਨਗੇ, ਜਦੋਂ ਉੱਥੇ ਆਵਾਂਗੇ ਉਹ ਉਸ ਵੇਲੇ ਉਹਨਾਂ ਦੀਆਂ ਜਿਹੜੀਆਂ ਧੁਨਾਂ ਨੇ ਉਹਨਾਂ ਬਾਰੇ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਪਰ ਇੱਥੇ ਆਪਾਂ ਨੂੰ ਇਹ ਦੇਖਣਾ ਹੈ ਵੀ ਅਨਹਦ ਦਾ ਮਤਲਬ ਹੁੰਦਾ ਇੱਕ ਰਸ। ਇੱਕ ਰਸ ਦੇ ਵਿੱਚ ਸ਼ਬਦ ਸਾਡੇ ਅੰਦਰ ਪ੍ਰਗਟ ਹੋ ਕੇ ਸਾਨੂੰ ਆਨੰਦ ਦੇ ਰਿਹਾ ਹੈ, ਉਹ ਸ਼ਬਦ ਦੀ ਧੁਨੀ ਵੱਜਦੀ ਹੈ। ਕਿਉਂਕਿ ਨਾ ਉਹ ਸ਼ਬਦ ਭਾਈ ਆਪਾਂ ਲਿਖ ਸਕਦੇ ਹਾਂ, ਨਾ ਕਿਸੇ ਨੂੰ ਦੱਸ ਸਕਦੇ ਹਾਂ। ਸਿਰਫ ਜਿਹੜੀ ਸਾਡੀ ਉਹ ਪਰਮ ਆਤਮਾ ਹੈ, ਸਾਡਾ ਜਿਹੜਾ ਮਨ ਹੈ, ਸਿਰਫ ਉਸ ਨੂੰ ਹੀ ਗਿਆਨ ਹੁੰਦਾ। ਭਾਵੇਂ ਤੁਸੀਂ ਦੂਸਰਿਆਂ ਦੇ ਨਾਲ ਵਚਨ ਕਰੀ ਜਾਓ ਜਾਂ ਕੰਮ ਕਰਦੇ ਹੋਗੇ, ਪਰ ਉਹ ਸ਼ਬਦ ਤੁਹਾਡੇ ਅੰਦਰ ਹਰ ਵੇਲੇ ਟੁਕ ਟੁਕ ਕਰਕੇ ਵੱਜਦਾ ਰਹੇਗਾ, ਤੁਹਾਨੂੰ ਯਾਦ ਕਰਵਾਉਂਦਾ ਰਹੂਗਾ ਆਪਣੇ ਪ੍ਰੀਤਮ ਵਾਹਿਗੁਰੂ ਦੀ। ਸੋ ਇਹਨੂੰ ਕਹਿੰਦੇ ਨੇ ਅਨਹਦ, ਜਿਹੜਾ ਕਿ ਇੱਕ ਲਿਵ, ਇੱਕ ਵਿਰਤੀ ਦੇ ਨਾਲ, ਇੱਕ ਟਕਾ ਦੇ ਵਿੱਚ ਇਸ ਸਤਿਗੁਰ ਸੱਚੇ ਪਾਤਸ਼ਾਹ ਦੀ ਧੁਨ ਵੱਜਦੀ ਹੈ। ਤੇ ਕਹਿੰਦੇ ਉਨ ਮਨ ਹਰ ਲਿਵ ਲਾਏ। ਜਿਹੜਾ ਜੀਵ ਹੁੰਦਾ ਜਿਹਦੇ ਅੰਦਰ ਇਹ ਗੁਰੂ ਜੀ ਕਿਰਪਾ ਕਰ ਦਿੰਦੇ ਨੇ, ਹਨ ਸੰਸਾਰ ਤੇ ਪਰ ਬਹੁਤ ਵਿਰਲੇ, ਕੋਈ ਵਿਰਲਾ ਲੱਭੂ। ਕਹਿੰਦੇ ਵੀ ਉਸ ਨੂੰ ਉਹ ਦਿਨ ਰਾਤ ਇੱਕ ਸੁਰ ਹੋ ਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਲਿਵ ਲਾ ਕੇ ਕਰੀ ਹੀ ਜਾਂਦਾ ਹੈ, ਕਿਉਂਕਿ ਉਸ ਨੂੰ ਨਾਮ ਸੁਣ ਰਿਹਾ, ਨਾਮ ਰਾਹੀਂ ਉਸ ਨੇ ਧਿਆਨ ਨੂੰ ਜੋੜਿਆ ਤੇ ਨਿਰੰਕਾਰ ਦੀ ਉਸਤਤ ਦੇ ਵਿੱਚ ਜੀਵਨ ਸਫਲ ਕਰ ਰਿਹਾ ਹੈ। ਨਾਨਕ ਹਰ ਭਗਤ ਤੇ ਨਾ ਕੈ ਮਨ ਵਸੈ, ਜਿਨ ਮਸਤਕ ਲਿਖਿਆ ਤੁਰ ਪਾਏ। ਨਿਰੰਕਾਰ ਕਹਿੰਦੇ ਨੇ ਇਹ ਜਿਹੜੀਆਂ ਵਿਰਤੀਆਂ ਨੇ, ਇਹ ਜਿਹੜੀਆਂ ਸੁਰਤੀਆਂ ਨੇ, ਇਹ ਜੋ ਸਭ ਕੁਝ ਨਵ ਨਿਧਾ 18 ਸਿੱਧਾਂ ਜਿਹੜੀਆਂ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਕਿਰਪਾ ਕਰਦੇ ਨੇ, ਜਿਹੜੇ ਮੱਥੇ ਦੇ ਉੱਤੇ ਆਪਣੇ ਸਹੀ ਲੇਖਾਂ ਨੂੰ ਉਜਾਗਰ ਕਰ ਲੈਂਦੇ ਨੇ, ਭਗਤ ਬਣ ਜਾਂਦੇ ਨੇ। ਹੁਣ ਜਿੱਦਾਂ ਭਗਤਾਂ ਦੀ ਬਾਣੀ ਸ਼ੁਰੂ ਹੋਣੀ, 15 ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਆਪ ਬੈਠੇ ਹੋਏ ਨੇ। ਇਸ ਕਰਕੇ ਕਹਿੰਦੇ ਵੀ ਉਹ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਧੁਰੋਂ ਦਰਗਾਹ ਤੋਂ ਲੇਖ ਲਿਖੇ ਨੇ, ਉਹਨਾਂ ਲੇਖਾਂ ਦੇ ਕਾਰਨ ਕਰਕੇ ਹੀ ਇਹ ਭਾਈ ਇਹਨਾਂ ਦੇ ਭਗਤਾਂ ਦੇ ਅੰਦਰ ਮਨ ਦੇ ਵਿੱਚ ਆਣ ਕੇ ਪ੍ਰੀਤਮ ਬਸ ਜਾਂਦੇ ਹਨ। ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਢਾਡੀ ਉਹ ਵੀ ਹੁੰਦੇ ਨੇ ਜੋ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦੇ ਕੋਲੋਂ ਜੋਸ਼ ਭਰੀਆਂ ਵਾਰਾਂ ਸੁਣਿਆ ਕਰਦੇ ਸਨ। ਢਾਡੀ ਜਿਹੜੇ ਕਿ ਇੱਥੋਂ ਇਹ ਕਿ ਢਾਡੀ ਉਹ ਜਿਹੜੇ ਕਿ ਸਤਿਗੁਰ ਦੀ ਵਡਿਆਈ ਕਰਨ ਦੇ ਵਿੱਚ ਮਾਹਰ ਹੁੰਦੇ ਨੇ, ਸਤਿਗੁਰ ਦੀ ਵਡਿਆਈ ਇਸ ਰੂਪ ਦੇ ਵਿੱਚ ਕਰਦੇ ਨੇ ਕਿ ਜਿਹੜੇ ਸਾਡੇ ਸੁੱਕੇ ਹਿਰਦੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਰਤਾ ਵੀ ਜੋਸ਼ ਨਹੀਂ, ਇਹ ਢਾਡੀ ਐਸਾ ਵਾਰ ਨੂੰ ਇਹਦੇ ਵਿੱਚ ਜੋਸ਼ ਭਰਦੇ ਨੇ ਕਿ ਉਹ ਸਾਨੂੰ ਵੀ ਮਰਿਆਂ ਨੂੰ ਜੀਂਦੇ ਕਰ ਦਿੰਦੇ ਨੇ। ਤਾਂ ਮਾਲਕ ਇੱਥੇ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਆਪ ਨੂੰ, ਗੁਰੂ ਰਾਮਦਾਸ ਮਹਾਰਾਜ, ਇਹ ਅਖੀਰਲੀ ਪੌੜੀ ਹੈ ਸਤਿਗੁਰ ਦੀ ਇਸ ਸ੍ਰੀ ਰਾਗ ਦੀ ਵਾਰ ਦੀ। ਕਹਿੰਦੇ ਨੇ ਹੁਣ ਢਾਡੀ, ਮੈਂ ਆਪਣੇ ਮਾਲਕ ਦਾ ਜਸ ਗਾਉਣ ਵਾਲਾ ਇੱਕ ਦਾਸ ਹਾਂ।
ਹਰ ਪ੍ਰਭ ਖਸਮ ਕਾ, ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਮੈਂ ਜਸ ਕਰਨ ਵਾਲਾ ਇੱਕ ਢਾਡੀ ਹਾਂ। ਹਰ ਕੇ ਦਰ ਆਇਆ, ਮੈਂ ਪ੍ਰਮਾਤਮਾ ਦੇ ਵਾਹਿਗੁਰੂ ਦੀ ਸਿਫਤ ਸੁਣ ਕੇ ਉਹਦੇ ਦਰ ਦੇ ਉੱਤੇ ਆ ਗਿਆ ਹਾਂ। ਹਰੇ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਵਾਰੋਂ ਸਾਡੇ ਕੀਤੇ ਹੋਏ ਵਿਰਲਾਪ ਕੀਤੇ ਹੋਏ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਗੁਣ ਗਾਏ, ਤਾਂ ਅੰਦਰ ਬੈਠੇ ਪ੍ਰੀਤਮ ਨੇ, ਸਾਡੇ ਹਿਰਦੇ ਦੇ ਵਿੱਚ ਹੀ ਬੈਠਾ ਨਾ ਉਹ ਅੰਦਰ ਬੈਠੇ ਪ੍ਰੀਤਮ ਨੇ ਜਿਸ ਵੇਲੇ ਸਾਡੀ ਪੁਕਾਰ, ਸਾਡੀ ਇਹ ਆਵਾਜ਼ ਨੂੰ ਸੁਣਿਆ, ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਢਾਡੀ ਨੂੰ ਆਪਣੇ ਕੋਲ ਸੱਦ ਲਿਆ। ਹਰ ਪੁੱਛਿਆ ਢਾਡੀ ਸਦਕੈ, ਕਿਤੇ ਅਰਥ ਤੂੰ ਆਇਆ। ਵਾਹਿਗੁਰੂ ਜੀ ਪੁੱਛਦੇ ਨੇ, ਉਹ ਇਹ ਸੋਹਣਾ ਜਸ ਕਰਨ ਵਾਲੇ ਢਾਡੀ, ਉਸ ਸਤਿਗੁਰ ਦੀ ਵਡਿਆਈ ਕਰਨ ਵਾਲੇ ਜੀਵ, ਕੀ ਕਾਰਨ ਵਾਸਤੇ ਤੂੰ ਇੱਥੇ ਮੇਰੇ ਕੋਲ ਆਇਆ ਹੈ? ਨਿਤ ਦੇਵ ਹੋ ਦਾਨ ਦਇਆਲ, ਪ੍ਰਭ ਹਰ ਨਾਮ ਤੇ ਆਇਆ। ਸੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਉਹ ਢਾਡੀ ਫੇ ਬੇਨਤੀ ਕਰਦਾ ਸਤਿਗੁਰ ਸੱਚੇ ਪਾਤਸ਼ਾਹ, ਕਹਿੰਦੇ ਹੇ ਦਿਆਲੂ ਸੁਭਾਅ ਵਾਲੇ, ਕਿਰਪਾਲੂ ਸੁਭਾਅ ਵਾਲੇ, ਮਿਹਰਬਾਨ ਦੇ ਸਤਿਗੁਰੂ ਜੀ, ਮੇਰੀ ਇੱਕ ਬੇਨਤੀ ਸੁਣੋ। ਤੇ ਕਹਿੰਦੇ ਕਿ ਬੇਨਤੀ ਮੇਰੀ ਇਹ ਹੈ ਕਿ ਮੈਨੂੰ ਨਾਮ ਦੇ ਦਿਓ, ਮੈਨੂੰ ਆਪਣਾ ਦਾਸ ਬਣਾ ਲਵੋ, ਮੈਨੂੰ ਆਪਣਾ ਸੇਵਾਦਾਰ ਬਣਾ ਲਵੋ। ਸਤਿਗੁਰੂ ਜੀ ਮੈਨੂੰ ਨਾਮ ਦਾ ਦਾਨ ਦੇ ਦਿਓ, ਜਿਹੜਾ ਕਿ ਮੈਂ ਹਰ ਨਾਮ ਤੇ ਆਇਆ, ਮੈਂ ਸਤਿਗੁਰੂ ਜੀ ਜਿਹੜਾ ਹਰ ਵੇਲੇ ਉਹ ਨਾਮ ਦੇ ਨਾਲ ਜੁੜਿਆ ਰਹਾ। ਹਰ ਦਾਤਾ ਹਰ ਨਾਮ ਜਪਾਇਆ, ਨਾਨਕ ਪੈ ਨਾਇਆ। ਹੁਣ ਕਹਿੰਦੇ ਨੇ ਉਹ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕਰ ਦਿੱਤੀ। ਜਦੋਂ ਮੈਨੂੰ ਸਤਿਗੁਰਾਂ ਨੇ ਆਪਣੇ ਕੋਲ ਸੱਦਿਆ, ਮੈਂ ਜਿਸ ਵੇਲੇ ਜਾ ਕੇ ਬੇਨਤੀ ਕੀਤੀ, ਪ੍ਰੀਤਮ ਵਾਹਿਗੁਰੂ ਨੇ ਮੈਨੂੰ ਫਿਰ ਨਾਮ ਦੀ ਦਾਤ ਦੇ ਦਿੱਤੀ। ਉਹ ਦਿੱਤੀ ਹੀ ਕੱਲੀ ਨਹੀਂ, ਨਾਮ ਜਪਣ ਦਾ ਵੀ ਮੈਨੂੰ ਰੂਪ ਰੰਗ ਸਿਖਾ ਦਿੱਤਾ, ਅੰਦਾਜ਼ ਸਿਖਾ ਦਿੱਤਾ, ਵਿਧੀਆਂ ਸਿਖਾ ਦਿੱਤੀਆਂ। ਤੇ ਜਿਸ ਵੇਲੇ ਮੈਂ ਸਤਿਗੁਰ ਸੱਚੇ ਪਾਤਸ਼ਾਹ ਦਾ ਇਸ ਨਾਮ ਦੇ ਨਾਲ ਜਪ ਕਰਨ ਲੱਗਿਆ, ਵਡਿਆਈਆਂ ਕਰਨ ਲੱਗਿਆ, ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਮੇਰੇ ਉੱਤੇ ਕਿਰਪਾ ਕੀਤੀ। ਮਿਹਰਬਾਨ ਦਿਆਲੂ ਕਿਰਪਾਲੂ ਨੇ ਮੈਨੂੰ ਆਪਣੇ ਵੱਲੋਂ ਸਿਰਪਾਉ ਬਖਸ਼ਿਸ਼ ਕੀਤਾ ਤੇ ਮੇਰੇ ਗਲ ਦੇ ਵਿੱਚ ਪਾਇਆ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਸ੍ਰੀ ਰਾਗ ਦੀ ਵਾਰ ਸੀ, ਇਹ ਭਾਈ ਸਮਾਪਤ ਹੁੰਦੀ ਹੈ, ਜਿਹਦੇ ਵਿੱਚ ਸੁੱਧ ਅਖੀਰ ਦੇ ਉੱਤੇ ਜਿਹੜਾ ਲਿਖਿਆ ਹੈ ਉਹ ਨਿਰੰਕਾਰ ਵਾਹਿਗੁਰੂ ਨੇ ਭਾਈ ਗੁਰਦਾਸ ਜੀ ਹੁਣਾਂ ਦੇ ਕੋਲੋਂ, ਇਸ ਬ੍ਰਹਮ ਗਿਆਨੀ ਦੇ ਕੋਲੋਂ ਲਿਖਵਾਇਆ। ਕਿਉਂਕਿ ਸਤਿਗੁਰ ਕਹਿੰਦੇ ਨੇ ਵੀ ਮੈਂ ਇਹ ਜਿਹੜੀਆਂ ਸ਼ਲੋਕ ਨੇ, ਪੌੜੀਆਂ ਨੇ, ਇਹਨਾਂ ਨੂੰ ਆਪ ਪਹਿਲਾਂ ਵਾਚਿਆ, ਵਿਚਾਰਿਆ, ਫੇਰ ਤਬਦੀਲ ਕਾਰਨ ਦੇ ਕੇ ਇਹਨਾਂ ਨੂੰ ਮੈਂ ਇਹਦੇ ਵਿੱਚ ਉਚਾਰਨ ਕੀਤਾ। ਸੋ ਇਸ ਕਰਕੇ ਇਹ ਬਾਣੀ ਸ਼ੁੱਧ ਹੈ, ਪਵਿੱਤਰ ਹੈ, ਉੱਚੀ ਸੁੱਚੀ ਬਾਣੀ ਹੈ। ਇਸ ਤੋਂ ਉਪਰੰਤ ਗੁਰਮੁਖ ਪਿਆਰਿਓ, ਬਾਣੀ ਸ਼ੁਰੂ ਹੋਣ ਲੱਗੀ ਭਗਤਾਂ ਦੀ, ਔਰ ਇਹ ਜਿਹੜੀ ਭਗਤਾਂ ਦੀ ਬਾਣੀ ਹੈ, ਇੱਥੇ ਅਸੀਂ ਭਗਤਾਂ ਦੀ ਬਾਣੀ ਦਾ ਮੈਂ ਥੋੜਾ ਜਿਹਾ ਤੁਹਾਡੇ ਨਾਲ 5-7 ਮਿੰਟ ਦਾ ਇਤਿਹਾਸ ਸਾਂਝਾ ਕਰਕੇ ਸਮਾਪਤੀ ਕਰ ਦੇਣੀ, ਕਿਉਂਕਿ ਭਗਤਾਂ ਦੀ ਬਾਣੀ ਆਉਣ ਵਾਲੇ ਅਧਿਆਇ ਤੋਂ ਆਪਾਂ ਸ਼ੁਰੂ ਕਰਾਂਗੇ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਹੁਣਾਂ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਤਿਆਰ ਕਰਨ ਲੱਗ ਪਿਆ, ਤਾਂ ਸਤਿਗੁਰਾਂ ਨੇ ਭਗਤ ਬਾਣੀ ਲਿਖਣ ਵਾਸਤੇ ਭਾਈ ਗੁਰਦਾਸ ਜੀ ਨੂੰ ਆਖਿਆ। ਤੇ ਇਹ ਮਹਾਪੁਰਸ਼ ਆਖਣ ਲੱਗੇ, ਸਤਿਗੁਰ ਸੱਚੇ ਪਾਤਸ਼ਾਹ ਜੀ, ਜਿਹੜੀ ਬਾਣੀ ਤੁਸੀਂ ਭਗਤਾਂ ਦੀ ਲਿਖਾਉਣ ਲੱਗੇ ਹੋ, ਇਹ ਬਾਣੀ ਆਪ ਜੀ ਨੂੰ ਕਿੱਥੋਂ ਹਾਸਲ ਹੋਈ? ਸਤਿਗੁਰ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਵੀ ਭਗਤ ਖੁਦ ਚੱਲ ਕੇ ਆਉਂਦੇ ਨੇ। ਮੈਂ ਫੇਰ ਬੇਨਤੀ ਕਰਾਂ, ਤਰਕ ਨਾ ਕਰ ਬੈਠੇ ਹੋ, ਕਿਉਂਕਿ ਗੁਰੂ ਸਮਰੱਥ ਹੈ। ਗੁਰੂ ਇਸ ਸੰਸਾਰ ਦਾ ਪ੍ਰਤਪਾਲਕ ਤੇ ਮਾਲਕ ਤੇ ਬਣਾਉਣ ਵਾਲਾ ਤੇ ਢਾਉਣ ਵਾਲਾ ਆਪ ਹੈ। ਉਹ ਹਰ ਇੱਕ ਚੀਜ਼ ਕਰ ਸਕਦਾ। ਜੋ ਉਹਨਾਂ ਨੇ ਆਪਾਂ ਨੂੰ ਸਮਝਾਇਆ, ਉਸ ਨੂੰ ਆਪਾਂ ਸਵੀਕਾਰ ਕਰੀਏ, ਹਿਰਦੇ ਦੇ ਵਿੱਚ ਧਾਰਨ ਕਰੀਏ। ਇਹੀ ਆਖੀਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਵੱਡੇ ਪਰਉਪਕਾਰੀ ਹੋ ਤੁਸੀਂ ਸਾਡੇ ਉੱਤੇ ਦਇਆ ਕੀਤੀ। ਪਰ ਆਪਾਂ ਤਰਕ ਨਾ ਕਿਤੇ ਕਰ ਬੈਠੀਏ। ਕੀ ਹੋਇਆ ਜਿਸ ਵੇਲੇ ਭਾਈ ਗੁਰਦਾਸ ਜੀ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਵੀ ਮੈਂ ਤਾਂ ਭਗਤਾਂ ਦੇ ਦਰਸ਼ਨ ਨਹੀਂ ਕਰ ਸਕਦਾ। ਕਹਿੰਦੇ ਕਿਉਂ ਨਹੀਂ ਕਰ ਸਕਦਾ ਭਾਈ, ਤੁਸੀਂ ਕਰ ਸਕਦੇ ਹੋ। ਤੇ ਜਿਸ ਵੇਲੇ ਕਹਿੰਦੇ ਵੀ ਕਿੱਦਾਂ ਕਰੀਏ, ਕਹਿੰਦੇ ਵੀ ਇਸ ਤਰ੍ਹਾਂ ਕਰਿਓ, ਕੱਲ ਨੂੰ ਤੁਸੀਂ 2 ਘੜੀਆਂ ਪਹਿਲਾਂ ਆ ਜਾਇਓ ਤੇ ਤੁਹਾਨੂੰ ਅਸੀਂ ਭਗਤਾਂ ਦੇ ਨਾਲ ਮਿਲਾ ਦੇਵਾਂਗੇ। ਤੇ ਸਤਿਗੁਰ ਨੇ ਹੁਕਮ ਪਾ ਕੇ ਭਾਈ ਗੁਰਦਾਸ ਜੀ ਦੂਸਰੇ ਦਿਨ ਤਿਆਰ ਹੋ ਕੇ ਜਿਸ ਵੇਲੇ 2 ਘੜੀਆਂ ਪਹਿਲਾਂ ਹੋਏ, ਤੇ ਕੀ ਦੇਖ ਰਹੇ ਬਾਹਰ ਖੜ ਗਏ ਨੇ।
ਅੰਦਰ ਕੁਝ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਜਦੋਂ ਵਿਚਾਰ ਵਟਾਂਦਰਾ ਖਤਮ ਹੋਇਆ, ਇਹ ਭਗਤ ਫਿਰ ਸਤਿਗੁਰ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਕੇ ਜਦੋਂ ਬਾਹਰ ਆਏ ਤੇ ਭਾਈ ਗੁਰਦਾਸ ਜੀ ਹੁਣਾਂ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ। ਮਿਲਾਪ ਹੋਣ ਦੇ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਇਹ ਸਦਕਾ ਸੀ ਤੇ ਭਾਈ ਗੁਰਦਾਸ ਜੀ ਨੇ ਗੁਫ਼ਤਗੂ ਵਿਚਾਰਾਂ ਦੀ ਸਾਂਝ ਵੀ ਪਾਈ ਉਹਨਾਂ ਦੇ ਨਾਲ। ਤੇ ਇਹ ਭਗਤ ਇਹ ਜਿਹੜੇ ਭਗਤ ਸਨ, ਇਹ ਭਾਈ ਗੁਰਦਾਸ ਜੀ ਹੁਣਾਂ ਨੂੰ ਉਹਨਾਂ ਦੀ ਵਡਿਆਈ ਕਰਦੇ ਕਰਦੇ ਉਹ ਇੱਥੋਂ ਉਹ ਅਲੋਪ ਹੋ ਗਿਆ। ਉਸੇ ਵੇਲੇ ਜਦੋਂ ਅੰਦਰ ਗਏ ਤੇ ਸਤਿਗੁਰ ਆਖਣ ਲੱਗੇ, ਕਿਉਂ ਜੀ ਭਾਈ ਜੀ, ਤੁਹਾਨੂੰ ਭਗਤਾਂ ਦੇ ਦਰਸ਼ਨ ਹੋ ਗਏ? ਕਹਿੰਦੇ ਹਾਂ, ਹੋ ਗਿਆ ਦਰਸ਼ਨ, ਆਪ ਜੀ ਦੀ ਕਿਰਪਾ ਦੇ ਨਾਲ ਸਾਨੂੰ ਦਰਸ਼ਨ ਹੋ ਗਿਆ। ਕਹਿੰਦੇ ਇਹ ਉਹ ਭਗਤ ਨੇ ਜਿਹੜੇ ਅਕਾਲ ਪੁਰਖ ਦਾ ਹੀ ਰੂਪ ਬਣ ਚੁੱਕੇ ਨੇ। ਇਹ ਆ ਜਿਹੜੇ ਆਪਣੀ ਬਾਣੀ ਲਿਖਾਉਣ ਵਾਸਤੇ ਸਾਡੇ ਕੋਲ ਆਏ। ਇਹਨਾਂ 15 ਭਗਤਾਂ ਦੀ ਫਿਰ ਬਾਣੀ ਇਹਦੇ ਵਿੱਚ ਆਏਗੀ। ਪਰ ਜਿਸ ਵੇਲੇ ਪਤਾ ਲੱਗਿਆ ਨਾ, ਕੁਝ ਹੋਰ ਵੀ ਆਏ ਭਗਤ ਜਿਹੜੇ ਆਪਣੇ ਆਪ ਨੂੰ ਕੱਚੇ ਪਿੱਲੇ ਭਗਤ ਖੁਆ ਰਹੇ ਸਨ। ਜਿਸ ਤਰ੍ਹਾਂ 4 ਭਗਤ ਆਏ, ਛੱਜੂ ਆਇਆ, ਕਾन्हा ਆਇਆ, ਪੀਲੂ ਆਇਆ। ਤੇ ਇਸ ਤਰ੍ਹਾਂ ਕਰਕੇ ਜਦੋਂ ਇਹ ਆਏ, ਇਹਨਾਂ ਨੇ ਆਣ ਕੇ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਕਿਹਾ, ਭਾਈ ਤੁਸੀਂ ਜਿਹੜੇ ਇਥੋਂ ਸੰਸਾਰ ਤੋਂ ਜਾ ਚੁੱਕੇ ਨੇ, ਉਹਨਾਂ ਦੀ ਬਾਣੀ ਆਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਾੜ ਰਹੇ ਹੋ, ਪਰ ਅਸੀਂ ਇਸ ਵੇਲੇ ਦੇ ਮੌਕੇ ਦੇ ਭਗਤ ਹਾਂ, ਤੁਸੀਂ ਸਾਡੀ ਬਾਣੀ ਕਿਉਂ ਨਹੀਂ ਸਵੀਕਾਰ ਕਰਦੇ? ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਤੁਸੀਂ ਬਾਣੀ ਕੋਈ ਲਿਖੀ ਵੀ ਆ? ਆਖਣ ਲੱਗੇ ਹਾਂ, ਬਾਣੀ ਲਿਖੀ ਹੈ। ਤਾਂ ਕਹਿੰਦੇ ਵੀ ਬਾਣੀ ਜਿਹੜੀ ਤੁਸੀਂ ਲਿਖੀ ਹੈ ਉਹਦੇ ਬਾਰੇ ਸਾਨੂੰ ਭਾਈ ਦੱਸੋ ਵੀ ਤੁਸੀਂ ਕਿਸ ਤਰ੍ਹਾਂ ਤੁਹਾਡੀ ਬਾਣੀ ਹੈ, ਜਿਹੜੀ ਅਸੀਂ ਤੁਹਾਡੀ ਬਾਣੀ ਜਿਹੜੀ ਹੈ ਪਹਿਲਾਂ ਸੁਣਾਂਗੇ, ਸੁਣ ਕੇ ਵਿਚਾਰਾਂਗੇ, ਦੇਖਾਂਗੇ ਕਿ ਇਹਦੇ ਵਿੱਚ ਕਿਹੜਾ ਗਿਆਨ ਅਕਾਲ ਪੁਰਖ ਨੂੰ ਯਾਦ ਕਰਨ ਵਾਸਤੇ ਉਹਦੇ ਤੱਕ ਪਹੁੰਚਣ ਤੱਕ ਹੈ। ਤੇ ਸਭ ਤੋਂ ਪਹਿਲਾਂ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਾन्हा ਜੀ ਦੀ ਬਾਣੀ ਸਰਵਣ ਕੀਤੀ, ਇਹ ਬਾਣੀ ਮੈਂ ਮੋਹਰਲੇ ਅਧਿਆਇ ਦੇ ਵਿੱਚ ਆਪ ਜੀ ਦੇ ਨਾਲ ਸਾਂਝੀ ਕਰਾਂਗਾ, ਕਿਉਂਕਿ ਕਾਫੀ ਲੰਬਾ ਸਮਾਂ ਲੱਗ ਜਾਣਾ। ਕਾन्हा ਜੀ ਨੇ ਜਿਸ ਵੇਲੇ ਆਣ ਕੇ ਉਹ ਆਪਣੇ ਵਿਚਾਰ ਸੁਣੇ, ਸਤਿਗੁਰਾਂ ਨੇ ਮਨਜ਼ੂਰ ਨਹੀਂ ਕੀਤੇ। ਆਖਣ ਲੱਗੇ ਨਹੀਂ, ਬੜਾ ਕ੍ਰੋਧੀ ਹੋਇਆ, ਬੜੇ ਮਾੜੇ ਚੰਗੇ ਬਚਨ ਬੋਲੇ ਸਤਿਗੁਰ ਸੱਚੇ ਪਾਤਸ਼ਾਹ ਨੂੰ। ਜਿਸ ਵੇਲੇ ਬਹੁਤ ਕੁਛ ਮਾੜਾ ਚੰਗਾ ਬੋਲਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਤੇ ਇਹ ਸਭ ਕੁਝ ਤੂੰ ਤਾਂ ਹੀ ਕਰੇਗਾ, ਮੇਰੇ ਉੱਤੇ ਮੁਗਲ ਹਕੂਮਤ ਨੂੰ ਤਾਂ ਹੀ ਚੜੇਗਾ ਜੇ ਤੂੰ ਇੱਥੋਂ ਲਾਹੌਰ ਤੱਕ ਸਹੀ ਸਲਾਮਤ ਪਹੁੰਚ ਕੇ ਆ। ਉਹ ਸਮਝ ਨਾ ਸਕਿਆ ਰਾਮ ਜੀ ਨੂੰ, ਤੇ ਕਾन्हा ਭਾਈ ਲਾਹੌਰ ਤੱਕ ਪਹੁੰਚ ਵੀ ਨਹੀਂ ਸਕਿਆ ਸੀ। ਇਸੇ ਤਰ੍ਹਾਂ ਭਾਈ ਪੀਲੂ ਆਇਆ, ਭਾਈ ਛੱਜੂ ਜੀ ਆਏ ਸਾਰੇ, ਤੇ ਔਰ ਚੌਥੇ ਭਗਤ ਵੀ ਹਨ ਜਿਹੜੇ ਉਹ ਇੱਥੇ ਜਿਸ ਵੇਲੇ ਆਏ, ਉਹਨਾਂ ਨੇ ਵੀ ਜਿਹੜੀ ਆਣੇ ਆਪਣੀ ਬਾਣੀ ਲਿਖੀ ਸਨ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਰੱਖੀ, ਮਨਜ਼ੂਰ ਨਾ ਹੋਈ। ਉਹ ਵੀ ਇੱਥੋਂ ਬਹੁਤ ਕ੍ਰੋਧ ਦੇ ਵਿੱਚ ਹੋ ਕੇ ਚਲੇ ਗਏ। ਇਹ ਬਾਣੀ ਜਿਹੜੀ ਹੈ, ਇਹ ਜਿਹੜਾ ਮੋਹਲਾ ਅਧਿਆਇ ਆਏਗਾ ਉਹਦੇ ਵਿੱਚ ਆਪ ਜੀ ਦੇ ਨਾਲ ਸਾਂਝੀ ਕਰਕੇ ਸਿਰਫ ਬਾਣੀਆਂ ਦਾ ਹੀ ਆਪ ਜੀ ਨੂੰ। ਹਾਂ, ਚੌਥਾ ਸੀ ਸ਼ਾਹ ਹੁਸੈਨ। ਜਿਸ ਵੇਲੇ ਇਹ ਸਾਰੇ ਆਏ ਤੇ ਜਾਂ ਅਜੇ ਆਪਣੇ ਕੋਲ 5-7 ਮਿੰਟ ਹੈ ਵੀ ਹਨ, ਤੇ ਕਿਉਂ ਨਾ ਹੋਵੇ ਵੀ ਜੀ ਆਪਾਂ ਬਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਕੇ ਉਹ ਤੋਂ ਬਾਅਦ ਆਪਾਂ ਸਤਿਗੁਰ ਦੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਬਾਣੀ ਤੋਂ ਦੇ ਵਿਚਾਰ ਕਰਨੇ ਸ਼ੁਰੂ ਕਰ ਦਾਂਗੇ। ਸਭ ਤੋਂ ਪਹਿਲਾਂ ਭਾਈ ਕਾन्हा ਨੇ ਜਿਹੜੀ ਬਾਣੀ ਲਿਖੀ, ਉਹ ਕਹਿੰਦੇ ਨੇ, ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪ੍ਰਾਨ ਸਭ ਗਾਵੇ, ਖੋਜਤ ਖੋਜ ਨ ਕੋਈ ਰੇ, ਜਾ ਕੋ ਨਾਰਦ ਸਾਰਦ ਸੇਵੈ ਸੇਵੈ ਦੇਵੀ ਦੇਵਾਰੇ, ਬ੍ਰਹਮਾ ਵਿਸ਼ਨ ਮਹੇਸ਼ ਅਰਾਧੇ, ਸਭ ਕਰਦੇ ਜਾ ਕੀ ਸੇਵਾ ਰੇ, ਕਹਿ ਕਾन्हा ਅਸ ਮਮ ਸਰੂਪ ਹੈ, ਅਪਰੰਪਰ ਪੁਰਖ ਅਭੇਵਾਰੇ। ਸਤਿਗੁਰ ਸੱਚੇ ਪਾਤਸ਼ਾਹ ਆਖਣ ਲੱਗੇ, ਇਹਦੇ ਵਿੱਚ ਸਾਨੂੰ ਹੰਕਾਰ ਦਿਸਣ ਡਿਆ ਹੈ, ਇਸ ਕਰਕੇ ਇਹਦੇ ਵਿੱਚ ਨਿਰੰਕਾਰ ਦਾ ਗਿਆਨ ਕੋਈ ਨਹੀਂ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਾਣੀ ਇੱਥੇ ਨਹੀਂ ਚਾਹੀ, ਕਿਉਂਕਿ ਇਹ ਬਹੁਤ ਹੰਕਾਰੀ ਜੀ ਬਾਣੀ ਜਿਹੜੀ ਸਤਿਗੁਰਾਂ ਨੂੰ ਅਨੁਭਾਵੀ ਹੋਈ। ਤਾਂ ਹੀ ਕਾन्हा ਜੀ ਬੜੇ ਔਖੇ ਸਿੱਧੇ ਹੋ ਕੇ ਇੱਥੋਂ ਗਏ। ਉਸ ਤੋਂ ਬਾਅਦ ਜਦੋਂ ਫਿਰ ਭਾਈ ਪੀਲੂ ਜੀ ਨੂੰ ਆਖਿਆ ਸਤਿਗੁਰਾਂ ਨੇ ਵੀ ਤੂੰ ਵੀ ਭਾਈ ਆਪਣੀ ਬਾਣੀ ਉਚਾਰਨ ਕਰ ਲਾ, ਤੇ ਭਾਈ ਪੀਲੂ ਜੀ ਜਿਸ ਵੇਲੇ ਜੋ ਲੈ ਕੇ ਆਏ ਸਨ ਸਤਿਗੁਰਾਂ ਦੇ ਅੱਗੇ ਰੱਖਿਆ, ਕਹਿੰਦੇ ਨੇ, ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੋਏ, ਉਹਨਾਂ ਚਿੱਕੜ ਪਾਵਨ ਬੇੜਿਆ ਨਾ ਆਦਤ ਪਏ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਵੀ ਗੱਲ ਗਲਤ ਹੈ, ਇਹਦੇ ਵਿੱਚ ਵੀ ਕੋਈ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਨਹੀਂ ਹੈ। ਇਸ ਕਰਕੇ ਇਹਦਾ ਕੀ ਮਤਲਬ ਹੋਇਆ, ਸਾਡੇ ਨਾਲ ਉਹ ਹੀ ਭਲੇ ਆ ਜਿਹੜੇ ਜੰਮਦੇ ਮਰ ਗਏ। ਕਹਿੰਦੇ ਨਹੀਂ, ਇੱਥੇ ਤਾਂ ਆ ਜੀਵਨ ਕਾਲ ਪਾ ਕੇ ਸੰਸਾਰ ਦੇ ਉੱਤੇ ਜੋ ਸਵਾਸਾਂ ਦੀ ਪੂੰਜੀ ਲਿਖਾ ਕੇ ਆਏ ਹਾਂ, ਉਸ ਪੂੰਜੀ
ਜਿਹੜੀ ਹੈ ਉਹਦੇ ਨਾਲ ਅਸੀਂ ਪ੍ਰੀਤਮ ਨੂੰ ਮਿਲਣਾ। ਇਹਦਾ ਜੇ ਅਸੀਂ ਜੰਮਦੇ ਮਰ ਗਏ ਫਿਰ ਤਾਂ ਭਾਈ ਸਾਡਾ ਆਉਣਾ ਟੋਟਲੀ ਇੱਥੇ ਖਤਮ ਹੈ, ਵਿਅਰਥ ਹੈ ਸਮਝਿਆ। ਤਾਂ ਇਹ ਵੀ ਕਾਲਾ ਪੀਲਾ ਹੋ ਕੇ ਇੱਥੋਂ ਭੱਜ ਕੇ ਚਲੇ ਗਿਆ ਤੇ ਮੁੜ ਕੇ ਆ ਗਿਆ ਸ਼ਾਹ ਹੁਸੈਨ। ਸਤਿਗੁਰ ਆਖਣ ਲੱਗੇ ਵੀ ਸ਼ਾਹ ਹੁਸੈਨ ਤੂੰ ਵੀ ਆਪਣੀ ਬਾਣੀ ਜਿਹੜੀ ਹੈ ਉਹ ਵੀ ਸਾਨੂੰ ਸੁਣਾ ਔਰ ਦੱਸ ਕੀ ਇਹਦੇ ਵਿੱਚ ਤੂੰ ਗਿਆਨ ਬਖਸ਼ਦਾ। ਸ਼ਾਹ ਹੁਸੈਨ ਨੇ ਜਿਸ ਵੇਲੇ ਬਾਣੀ ਉਚਾਰੀ ਆਖਣ ਲੱਗਾ ਚੁੱਪ ਵੇੜਿਆ ਬੋਲਣ ਦੀ ਨਹੀਂ ਜਾਏ ਵੇੜਿਆ, ਸਾਜਣਾ ਬੋਲਣ ਦੀ ਜਾਏ ਨਾਹੀਂ, ਅੰਦਰ ਬਾਹਰ ਏਕੋ ਸਾਈਂ। ਕਿਸ ਨੂੰ ਆਖ ਸੁਣਾਈ, ਏਕੋ ਦਿਲਵਰ ਸਭ ਘਟ ਰਵਿਆ, ਦੂਜਾ ਨਾਹੀਂ ਕਦਾਈ। ਕਹੇ ਹੁਸੈਨ ਫਕੀਰ ਨਿਮਾਣਾ, ਸਤਿਗੁਰ ਤੁਮ ਬਲ ਜਾਈ। ਤਾਂ ਉਸ ਵੇਲੇ ਗੁਰੂ ਜੀ ਸੱਚੇ ਪਾਤਸ਼ਾਹ ਜੀ ਹੱਸ ਪਏ, ਆਖਣ ਲੱਗੇ ਵੀ ਇਹ ਵੀ ਗੱਲ ਨਹੀਂ ਤੇਰੀ ਬਣਦੀ ਵੀ ਚੁੱਪ ਕੀਤਿਆਂ ਹੋਇਆ ਪ੍ਰਮਾਤਮਾ ਤਾਂ ਮਿਲਦਾ ਨਹੀਂ। ਪਹਿਲਾਂ ਬੜੇ ਇੱਥੇ ਜਿਹੜੇ ਮੁਨੀ ਜਨ ਬੈਠੇ ਹੋਏ ਨੇ, ਸੋ ਇਹਦੇ ਵਿੱਚ ਵੀ ਕੋਈ ਦਰਗਾਹ ਦਾ ਸਾਨੂੰ ਗਿਆਨ ਨਹੀਂ ਦਿਸਣ ਡਿਆ ਆ। ਇਸ ਕਰਕੇ ਇਹ ਬਾਣੀ ਤੇਰੀ ਜਿਹੜੀ ਹੈ ਇਹ ਵੀ ਨਹੀਂ ਪ੍ਰਵਾਨ ਹੋ ਸਕਦੀ। ਸੋ ਇਹਦੇ ਵਿੱਚ ਸਾਨੂੰ ਅਨੁਭਵ ਹੁੰਦਾ ਵੀ ਹੰਕਾਰ ਦੀ ਬਾਣੀ ਹੈ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਬੋਲ ਆਖੇ ਤਾਂ ਉਹ ਤੋਂ ਬਾਅਦ ਕੀ ਹੋਇਆ, ਜੇ ਆਇਆ ਦੂਸਰਾ ਕਾन्हा ਜੀ, ਜਿਹੜੇ ਜਿਸ ਵੇਲੇ ਕਾन्हा ਜੀ ਨੇ ਆਣ ਕੇ ਆਪਣਾ ਬਚਨ ਇੱਥੇ, ਕਾन्हा ਜੀ ਨਹੀਂ ਮਾਫ ਕਰਨਾ ਛੱਜੂ, ਜਿਸ ਵੇਲੇ ਛੱਜੂ ਭਗਤ ਆਇਆ ਤੇ ਛੱਜੂ ਭਗਤ ਨੇ ਵੀ ਆਣ ਕੇ ਜਿਸ ਵੇਲੇ ਆਪਣੀ ਬਾਣੀ ਰੱਖੀ ਆਖਣ ਲੱਗੇ ਕਾਗਦ ਸੰਧੀ ਪੁਤਲੀ ਤਾਉ ਨ ਤ੍ਰਿਆ ਨਿਹਾਰ, ਜੋ ਹੀ ਮਾਰ ਲਿਜਾਵਹੀ ਜਥਾ ਬਲੋਚਨ ਧਾੜ। ਤੇ ਸਤਿਗੁਰ ਆਖਣ ਲੱਗੇ ਵੀ ਇਹ ਵੀ ਪ੍ਰਮਾਣਿਕ ਨਹੀਂ ਹੈ। ਇਸ ਸੰਸਾਰ ਦੇ ਉੱਤੇ ਤਾਂ ਜਿਹੜਾ ਗ੍ਰਸਥ ਜੀਵਨ ਹੈ ਸਭ ਤੋਂ ਉੱਚਾ ਜੀਵਨ ਹੈ। ਤਾਂ ਭਾਈ ਗੁਰਦਾਸ ਜੀ ਨੇ ਇਹਦੇ ਬਾਰੇ ਇੱਕ ਵਿਭਾਰ ਵੀ ਲਿਖੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਡੋ, ਮੇਰ ਮੈਂ ਸਮੇਰ ਵੱਡੋ ਜਗਤ ਬਖਾਨ ਹੈ। ਤਰਬਰ ਵਿਖੇ ਜੈਸੇ ਚੰਦਨ ਵਿਰਖ ਵੱਡੋ, ਧਾਤ ਮੈਂ ਕਨਕ ਅਤ ਉੱਤਮ ਕੁਮਾਨ ਹੈ। ਪੰਛੀਨ में हंस मिर्गा जन्म सारदूल, रागन में श्री राग पारस पखान है। ज्ञानन में ज्ञान और ध्यानन में ध्यान, गुर सकल धर्म में गृहस्थ प्रधान है। सो इस करके जेड़ी तेरी गल है छज्जू ये भी कोई ज्ञान नहीं दे रही। इस करके भाई ये चौहान की बाणी नहीं चढ़ी पर ये लाल पीले हो गए इथों चले गए। जिन्हों की बाणी फिर चढ़ी वो निरंकार सच्चे पातशाह की किरपा के नाल थोड़ा थोड़ा उन्होंने जीवनी आप नाल साझे करते जावांगे। करियो किरपा, सिर ते मेर भरिया हाथ रखियो। अज की सेवा इन्नी ही प्रवान कर लेनी। गुरु निरंकार साडियां जिहड़ियां होईयां भुल्लां ने वो तो माफ़ करते ने। गुरु की संगत भी बख्श देवे और साडे वास्ते अरदास करे कि सतगुर दे रोगता बख्श के अपने कारज दे विच आप अंग सिंह सहाय हो के इस कारज नूं निपरे चढ़न। फतेह बुला के छुट्टियां बख्शिश करो गुरु प्यारिओ। वाहिगुरु जी का खालसा, वाहिगुरु जी की फतेह जी।